हाँ जी, सत श्री अकाल साਰਿਆਂ ਨੂੰ। उम्मीद करते हैं सारे ठीक ठाक होवोगे ते वधिया तुसीं प्रैपरेशन कर रहे होवोगे आपदे एग्जाम दी। पेपर थोड़े नेड़े आ गए, तुहानूं पता ही आ। सो आपां लड़ीवार चर्चा कर रहे हैं पंजाब पटवारी दे कंप्यूटर दे पुराने क्वेश्चनां ते। सो इस तो पहलां आपां 3 पार्ट 3 वीडियो दे विच आपां क्वेश्चन देख चुके हैं। जेकर तुसीं ओह नहीं देखे पार्ट तां तुसीं ओह जाके जरूर देखो। सो ये अपना चौथा पार्ट है जिहदे विच आपां डिस्कस करांगे पंजाब पटवारी दे 2016 वाले क्वेश्चन। सो जेकर तुसीं पंजाब पटवारी वास्ते कंप्यूटर की प्रैपरेशन करना चाहुंदे हो तो ये वालियां प्लेलिस्ट ने जिहड़ियां चैनल ते जाके तुसीं प्लेलिस्ट ते क्लिक करोगे तो पंजाब पटवारी एग्जाम तुहानूं मिल जूगा। ये सारियां तुसीं प्लेलिस्ट देख सकते हो, बहुत ज़्यादा इंपॉर्टेंट्स ने। ऑफिस प्रोडक्टिविटी टूल जिहदे विच 7 वीडियोज़ ने, जिहदे विच क्वेश्चन समेत प्रैक्टिकल वे दे नाल सारा कुछ मैं करवाया होया। ठीक है, तुहानूं कोई भी किते भी जाण दी लोड़ नहीं, ये सफिशिएंट है सारा कोर्स। सो स्टार्ट करते हैं। जिवें पहला क्वेश्चन हैगा EEPROM स्टैंड्स फॉर। मैं बहुत बारी टाइप्स ऑफ मैमरी दे विच भी दस्सिया भी इहदे विचों आपां नूं एबरीवेशन पूछी जा सकदी हुंदी है ना। EEPROM की हुंदा, पहला आपां टाइप देख लैंदे आ। टाइप्स ऑफ मैमरी, इट कैन बी इंटरनल मैमरी, एक्सटर्नल मैमरी, है ना। मैं बहुत बारी करवाई हुई है चैप्टर वाइज, जिहनूं आपां डिस्कस करदे हुंदे उत्थे आपां डिटेल च कराया होया। तो हुण आपां ज़्यादा डिटेल च नहीं जावांगे। इंटरनल मैमरी दे विच रजिस्टर, कैशे ते मेन और प्राइमरी मैमरी। मेन और प्राइमरी मैमरी जिहड़ी है फरदर 2 टाइप्स दे विच आपां डिवाइड करदे आं अगे, रैम एंड रोम। रैम हुंदा रैंडम एक्सैस मैमरी, रोम हुंदा अपने कोले रीड ओनली मैमरी। रैम फरदर 2 टाइप्स दे विच डिवाइड करदे आं, एस रैम एंड डी रैम। एस हुंदा स्टैटिक रैम, डी हुंदा डायनामिक रैम। सिमिलरली रोम है जिहड़ा ये 4 टाइप दे विच डिवाइड करदे आं आपां। M ROM, that is masked ROM, P ROM, programmable ROM, EP ROM, erasable programmable ROM and EEP ROM ਹੁੰਦਾ electrically erasable programmable ROM। ठीक है, सो ਇਹਦੇ ਵਿੱਚੋਂ ਬਹੁਤ ਸਾਰੇ ਸਵਾਲ ਬਣ ਸਕਦੇ ਨੇ ਟਾਈਪਸ ਆਫ ਮੈਮਰੀ ਦੇ ਵਿੱਚੋਂ। ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਇਹਦਾ ਸਵਾਲ ਹੁਣ ਆਪਾਂ ਦੇਖ ਲੈਂਦੇ ਆ। ਇਲੈਕਟ੍ਰੀਕਲੀ ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ, ਡੀ ਆਨਸਰ ਪਹਿਲੇ ਸਵਾਲ ਦਾ। ਠੀਕ ਹੈ ਜੀ, ਅਗਲਾ ਸਵਾਲ ਨੈਟਵਰਕ ਇੰਟਰਫੇਸ ਕਾਰਡ ਇਜ਼ ਏ ਡਿਵਾਈਸ। ਇਹ ਵੀ ਆਪਾਂ ਇਨਪੁਟ ਆਊਟਪੁੱਟ ਡਿਵਾਈਸ ਵਾਲੇ ਚੰਗੀ ਤਰ੍ਹਾਂ ਦੇਖਿਆ ਹੋਇਆ ਵੀ ਇਹ ਇਨਪੁੱਟ ਤੇ ਆਊਟਪੁੱਟ ਦੋਨੋਂ ਦੀ ਤਰ੍ਹਾਂ ਹੀ ਐਕਟ ਕਰਦਾ। ਸੋ ਇਹਦਾ ਸੀ ਆਨਸਰ ਹੈ। ਇਨਪੁੱਟ ਡਿਵਾਈਸ ਕਿਹੜੇ ਨੇ ਇਹ ਤੁਸੀਂ ਸਾਰੇ ਮੈਂ ਕਰਵਾਏ ਹੋਏ ਨੇ ਇੱਕ ਵਾਰੀ, ਫਿਰ ਵੀ ਦੇਖ ਲਓ। ਬਾਰਕੋਡ ਰੀਡਰ, ਟਰੈਕ ਬਾਲ, OMR ਹੁੰਦਾ ਆਪਟੀਕਲ ਮਾਰਕ ਰੀਡਰ, OCR ਹੁੰਦਾ ਆਪਟੀਕਲ ਕਰੈਕਟਰ ਰੀਡਰ ਜਾਂ ਰਿਕੋਗਨੀਸ਼ਨ, MICR ਹੁੰਦਾ ਮੈਗਨੈਟਿਕ ਇੰਕ ਕਰੈਕਟਰ ਰੀਡਰ ਜਾਂ ਰਿਕੋਗਨੀਸ਼ਨ। ਠੀਕ ਹੈ, ਸੋ ਇਹ ਪੁੱਛੇ ਜਾ ਸਕਦੇ ਨੇ ਐਬਰੀਵੇਸ਼ਨ। ਮਾਊਸ, ਜੋਇਸਟਿਕ, ਮਾਈਕ੍ਰੋਫੋਨ, ਕੀਬੋਰਡ, ਸਕੈਨਰ, ਬਾਇਓਮੈਟ੍ਰਿਕ, ਡਿਜੀਟਾਈਜ਼ਰ। ਡਿਜੀਟਾਈਜ਼ਰ ਕੀ ਹੁੰਦਾ, ਜਿਹੜੀ ਸਲੇਟ ਤੇ ਆਪਾਂ ਲਿਖਦੇ ਆ ਕੁਝ, ਉਹ ਹੁੰਦਾ ਡਿਜੀਟਾਈਜ਼ਰ। ਉਹਦੇ ਆਪਾਂ ਲਿਖਦੇ ਆ ਕੰਪਿਊਟਰ ਦੇ ਵਿੱਚ ਡਿਜੀਟਲ ਫਾਰਮ 'ਚ ਦਿਖਣ ਲੱਗ ਜਾਂਦਾ। ਲਾਈਟ ਪੈਨ, CRT ਕੈਮਰਾ, ਡਿਜੀਟਲ ਕੈਮਰਾ, ਵੈਬ ਕੈਮ, ਇਹ ਸਾਰੇ ਕੀ ਨੇ, ਇਨਪੁੱਟ ਡਿਵਾਈਸ ਨੇ। ਬਾਰਕੋਡ ਰੀਡਰ ਜਿਹੜਾ ਇੱਕ ਡਿਵਾਈਸ ਹੁੰਦਾ ਜਿਹੜਾ ਮਾਰਕੀਟ ਦੇ ਵਿੱਚ ਆਪਾਂ ਕੋਈ ਪ੍ਰੋਡਕਟ ਖਰੀਦਦੇ ਹਾਂ, ਬਾਰਕੋਡ ਨਹੀਂ ਹੁੰਦੇ, ਉਹਨੂੰ ਜਿਹੜਾ ਰੀਡ ਕਰਦਾ। ਤਾਂ ਇਹਦੇ ਵਿੱਚ ਇਹ ਪੁੱਛ ਲੈਂਦਾ ਕਈ ਵਾਰੀ ਵੀ ਕਿਹੜੀ ਲਾਈਟ ਯੂਜ਼ ਕੀਤੀ ਜਾਂਦੀ ਹੈ, ਤਾਂ ਲੇਜ਼ਰ ਲਾਈਟ ਇਹਦੇ ਵਿੱਚ ਆਪਾਂ ਯੂਜ਼ ਕਰਦੇ ਹਾਂ। ਸਿਮਿਲਰਲੀ ਆਊਟਪੁੱਟ ਡਿਵਾਈਸ ਨੇ। ਪਲੋਟਰ ਹੁੰਦਾ ਜਿਹੜਾ ਪ੍ਰਿੰਟਰ ਦੇ ਹੀ ਵੱਡੇ ਵਡੇਰਿਆਂ 'ਚੋਂ ਆ ਜਾਂਦਾ, ਜਿਹੜਾ ਵੱਡੀਆਂ ਫਲੈਕਸਾਂ ਪ੍ਰਿੰਟ ਕਰਨ ਲਈ ਵਰਤਿਆ ਜਾਂਦਾ। ਬ੍ਰੇਲ ਰੀਡਰ ਜਿਹੜਾ ਬਲਾਈਂਡ ਪਰਸਨਸ ਨੂੰ ਆਊਟਪੁੱਟ ਉਹਨੂੰ ਦਿਖਦਾ ਤਾਂ ਹੈ ਨਹੀਂ, ਉਹ ਰੀਡ ਕਰਨ ਵਾਸਤੇ ਬ੍ਰੇਲ ਰੀਡਰ ਯੂਜ਼ ਕਰਦੇ ਨੇ। TV, ਪ੍ਰਿੰਟਰ, ਪ੍ਰੋਜੈਕਟਰ, ਹੈਡਫੋਨ, CRT ਮੀਟਰ, ਰੇਡੀਓ, LCD, ਕੌਮ ਹੁੰਦਾ ਕੰਪਿਊਟਰ ਆਊਟਪੁੱਟ ਮਾਈਕਰੋਫਿਲਮ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਆਪਾਂ ਦੇਖਦੇ ਸੀ ਵੀ ਰੀਲਾਂ ਆਉਂਦੀਆਂ ਸੀ ਕੈਮਰੇ ਵਾਲੀਆਂ, ਹਨਾ, ਉਹ ਸਿਰਫ ਕੈਮਰੇ ਦੀ ਆਊਟਪੁੱਟ ਆਪਾਂ ਨੂੰ ਦਿੰਦੇ ਸੀ। ਬਟ ਕੰਪਿਊਟਰ ਦੇ ਵਿੱਚ ਹੀ ਪਹਿਲਾਂ ਜਿਵੇਂ ਮੈਮਰੀ ਤਾਂ ਹੁੰਦੀ ਨਹੀਂ ਸੀ, 5 ਕਾਰਡ ਹੁੰਦੇ ਸੀ, ਸਿਰਫ ਇੱਕ ਕੌਮ ਵੀ ਆਈ ਸੀ, ਕੰਪਿਊਟਰ ਆਊਟਪੁੱਟ ਮਾਈਕਰੋਫਿਲਮ। ਤਾਂ ਇਹ ਆਪਾਂ ਜ਼ਰੂਰ ਯਾਦ ਰੱਖਣਾ। ਇਸ ਤੋਂ ਬਾਅਦ ਕੁਝ ਹੈਗੇ ਨੇ ਜਿਹੜੇ ਦੋਨੋਂ ਇਨਪੁੱਟ ਤੇ ਆਊਟਪੁੱਟ ਐਕਟ ਕਰਦੇ ਨੇ। ਉਹਨਾਂ ਦੇ ਵਿੱਚੋਂ ਮੋਡਮ ਹੋ ਗਿਆ, ਹੈਂਡਸੈਟ ਹੋ ਗਿਆ, NIC ਕਾਰਡ ਹੋ ਗਿਆ, ਜਾਂ ਇਸ ਨੂੰ ਹੀ ਲੈਨ ਕਾਰਡ ਵੀ ਬੋਲਿਆ ਜਾਂਦਾ, ਜਿਹੜਾ ਆਪਾਂ ਨੂੰ ਸਵਾਲ ਦੇ ਵਿੱਚ ਪੁੱਛਿਆ ਹੋਇਆ। ਇਲੈਕਟ੍ਰੋਨਿਕ ਬਾਈਟ ਬੋਰਡ, ਟੈਬਲੇਟ, BDT, ਕਾਇਓਸਕ। BDT ਹੁੰਦਾ ਵਿਜ਼ੂਅਲ ਡਿਸਪਲੇ ਟਰਮੀਨਲ, ਜਿਹੜੀਆਂ ਸਕਰੀਨਾਂ ਲੱਗੀਆਂ ਹੁੰਦੀਆਂ ਨੇ, ਆਪਾਂ ਹਸਪੀਟਲ ਜਾਂਦੇ ਹਾਂ, ਕਿਸੇ ਮਾਲ 'ਚ ਜਾਂਦੇ ਹਾਂ, ਉਹ BDT ਹੁੰਦਾ। ਕਾਇਓਸਕ ਕਿਹੜੇ ਹੁੰਦੇ ਨੇ, ਜਿਵੇਂ ਆਪਣੇ ਕੋਲੇ ATM ਮਸ਼ੀਨ ਹੋ ਗਈ ਜਾਂ ਕਿਤੇ ਇੰਟਰਨੈਟ ਪ੍ਰੋਵਾਈਡਰ ਡਿਵਾਈਸ ਲੱਗੇ ਹੁਣ, ਉਹ ਹੁੰਦੇ ਨੇ ਕਾਇਓਸਕ। ਤਾਂ ਹੁਣ ਆਪਾਂ ਨੂੰ ਪੁੱਛਿਆ ਕੀ ਸੀਗਾ ਇਸ ਸਵਾਲ ਦੇ ਵਿੱਚ, ਨੈਟਵਰਕ ਇੰਟਰਫੇਸ ਕਾਰਡ ਕੀ ਹੈ, ਤਾਂ ਇਹ ਇਨਪੁੱਟ ਤੇ ਆਊਟਪੁੱਟ ਦੋਨੋਂ ਤਰ੍ਹਾਂ ਹੀ ਰਿਐਕਟ ਕਰਦਾ, ਐਕਟ ਕਰਦਾ। ਠੀਕ ਹੈ, ਸੋ ਇਹ ਆਪਾਂ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ। ਅਗਲਾ ਸਵਾਲ ਹੈਗਾ ਕਨਵਰਟ ਦੀ ਹੈਕਸਾਡੈਸੀਮਲ ਨੰਬਰ 5A to ਬਾਈਨਰੀ। ਦੇਖੋ 5A ਇੱਕ ਹੈਕਸਾਡੈਸੀਮਲ ਨੰਬਰ ਹੈ, ਇਹਨੂੰ ਆਪਾਂ ਕਾਹਦੇ 'ਚ ਕਨਵਰਟ ਕਰਨਾ ਹੈ,
ਬਾਈਨਰੀ ਦੇ ਵਿੱਚ ਕਨਵਰਟ ਕਰਨਾ। ਬਹੁਤ ਵਧੀਆ ਸਵਾਲ ਹੈ। ਇਸ ਤੋਂ ਪਹਿਲਾਂ ਇਹ ਡਾਇਰੈਕਟ ਸੋਲਵ ਨਹੀਂ ਹੋਣਾ, ਪਹਿਲਾਂ ਆਪਾਂ ਬੇਸ ਬਣਾਉਣੇ ਆ ਥੋੜਾ ਜਿਹਾ ਵੀ ਇਹ ਨੰਬਰ ਸਿਸਟਮ ਕੀ ਹੁੰਦਾ ਹੈ, ਕਿੰਨੇ ਟਾਈਪ ਦਾ ਹੁੰਦਾ ਹੈ, ਕਿਹੜੇ ਕਿਹੜੇ ਇਹਦੇ ਚੋਂ ਸਵਾਲ ਪੁੱਛੇ ਜਾ ਸਕਦੇ ਆ। ਆਪਾਂ ਥੋੜਾ ਜਿਹਾ 5 ਮਿੰਟ ਲਾਉਣੇ ਆ, 10 ਮਿੰਟ ਇਹਦੇ ਤੇ ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣੀਆਂ। ਸੋ ਕੰਪਿਊਟਰ ਦੇ ਵਿੱਚ ਨੰਬਰ ਸਿਸਟਮ ਬੇਸਿਕਲੀ 4 ਤਰ੍ਹਾਂ ਦਾ ਹੁੰਦਾ ਹੈ। ਬਾਈਨਰੀ ਨੰਬਰ ਸਿਸਟਮ, ਆਕਟਲ ਨੰਬਰ ਸਿਸਟਮ, ਡੈਸੀਮਲ ਨੰਬਰ ਸਿਸਟਮ ਤੇ ਹੈਕਸਾਡੈਸੀਮਲ। ਵੈਸੇ ਤਾਂ ਬਹੁਤ ਸਾਰੀਆਂ ਟਾਈਪ ਹੋ ਸਕਦੀਆਂ, ਕੋਈ ਵੀ ਬੇਸ ਹੋ ਸਕਦਾ ਹੈ, ਬਟ ਇਹ 4 ਪਪੂਲਰ ਨੇ। ਤਾਂ ਬਾਈਨਰੀ ਨੰਬਰ ਸਿਸਟਮ ਦੇ ਵਿੱਚ ਜੇ ਆਪਾਂ ਗੱਲ ਕਰੀਏ, ਬਾਈਨਰੀ ਦੇ ਵਿੱਚ ਡਿਜਿਟਸ 0 1 ਹੁੰਦੇ ਨੇ, ਆਕਟਲ ਦੇ ਵਿੱਚ 0 1 2 3 4 5 6 7 ਤੱਕ, ਸਿਮਿਲਰਲੀ ਡੈਸੀਮਲ ਦੇ ਵਿੱਚ 0 to 9 ਹੁੰਦੇ ਨੇ, ਹੈਕਸਾਡੈਸੀਮਲ ਦੇ ਵਿੱਚ 0 ਤੋਂ ਲੈ ਕੇ 9 ਤੱਕ, ਐਂਡ ABCDEF। ਇਹ ਆਪਾਂ ਯਾਦ ਰੱਖਣੇ ਨੇ, ਇਹਦੇ ਚੋਂ ਸਵਾਲ ਆਪਾਂ ਨੂੰ ਪੁੱਛ ਸਕਦਾ ਹੈ ਵੀ ਬਾਈਨਰੀ ਦੇ ਵਿੱਚ ਡਿਜਿਟ ਕਿਹੜੇ ਕਿਹੜੇ ਨੇ, 0 ਤੇ 1, ਆਕਟਲ ਦੇ ਵਿੱਚ 0 ਤੋਂ 7 ਤੱਕ, ਡੈਸੀਮਲ ਦੇ ਵਿੱਚ 0 ਤੋਂ 9 ਤੱਕ, ਹੈਕਸਾਡੈਸੀਮਲ ਦੇ ਵਿੱਚ 0 ਤੋਂ 9 ਤੱਕ ਤੇ A ਤੋਂ F ਤੱਕ। ਇਹ ਹੋ ਗਿਆ ਡਿਜਿਟਸ ਕਿਹੜੇ ਕਿਹੜੇ ਨੇ, ਹਨਾ। ਫਿਰ ਆ ਗਿਆ ਅੱਗੇ ਆਪਣੇ ਕੋਲੇ ਰੇਂਜ। ਤਾਂ ਰੇਂਜ ਹੁੰਦਾ ਜਿੱਥੋਂ ਸਟਾਰਟ ਹੋ ਰਹੀ ਹੈ ਕੋਈ ਵੀ ਚੀਜ਼ ਤੇ ਕਿੱਥੇ ਐਂਡ ਹੋ ਰਹੀ ਹੈ। ਤਾਂ ਰੇਂਜ ਜਿਹੜੀ ਬਾਈਨਰੀ ਦੀ ਰੇਂਜ ਆ 0 to 1 ਹੈ, ਆਕਟਲ ਦੀ 0 to 7, ਡੈਸੀਮਲ ਦੀ ਰੇਂਜ 0 to 9 ਐਂਡ ਹੈਕਸਾਡੈਸੀਮਲ ਦੀ ਰੇਂਜ ਹੈ ਜਿਹੜੀ 0 to 9 A to F। ਇਹ ਸਾਰੀਆਂ ਆਪਣੇ ਕੋਲੇ ਰੇਂਜ ਦੇ ਵਿੱਚੋਂ ਵੀ ਸਵਾਲ ਇਹਦੇ ਵਿੱਚੋਂ ਜ਼ਿਆਦਾ ਪੁੱਛੇ ਗਏ ਨੇ ਵੀ ਹੈਕਸਾਡੈਸੀਮਲ ਦੀ ਰੇਂਜ ਕੀ ਹੈ, 0 to 9 ਐਂਡ A to F, ਤੇ ਡੈਸੀਮਲ ਦੀ ਰੇਂਜ 0 to 9। ਇੱਥੇ ਕਈ ਵਾਰੀ ਦੇ ਦਿੰਦਾ 0 to 7 ਵੀ ਦੇ ਦਿੰਦਾ, ਜਾਂ ਆਕਟਲ ਦੇ ਵਿੱਚ 0 to 7 ਐਂਡ A to F, ਇਸ ਤਰ੍ਹਾਂ ਕਰਕੇ ਆਪਸ਼ਨਾਂ ਪਾ ਦਿੰਦਾ। ਤਾਂ ਆਪਾਂ ਧਿਆਨ ਰੱਖਣਾ ਇਸ ਚੀਜ਼ ਦਾ, ਠੀਕ ਹੈ। ਅਗਲਾ ਪੁਆਇੰਟ ਇਹਦੇ ਵਿੱਚ ਬਣਦਾ ਨੰਬਰ ਆਫ ਡਿਜਿਟਸ। ਗਿਣਤੀ ਕਰਕੇ ਦੇਖਾਂਗੇ, ਇਹਦੇ ਵਿੱਚ ਕੁੱਲ 2 ਅੱਖਰ ਨੇ, ਆਕਟਲ ਦੇ ਵਿੱਚ 8 ਨੇ, ਡੈਸੀਮਲ ਦੇ ਵਿੱਚ 10 ਨੇ, ਤੇ ਹੈਕਸਾ ਦੇ ਵਿੱਚ ਟੋਟਲ ਕਿੰਨੇ ਨੇ, 16 ਡਿਜਿਟਸ ਨੇ, ਹਨਾ। ਤੇ ਹੁਣ ਅੱਗੇ ਆ ਗਿਆ ਬੇਸ ਜਾਂ ਰੈਡਿਕਸ। ਬੇਸ ਕੀ ਹੁੰਦਾ ਹੈ, ਕਿਸੇ ਵੀ ਨੰਬਰ ਸਿਸਟਮ ਦੇ ਵਿੱਚ ਜਿੰਨੇ ਟੋਟਲ ਨੰਬਰ ਆਫ ਡਿਜਿਟਸ ਅਵੇਲੇਬਲ ਹੁੰਦੇ ਨੇ ਉਹਨੂੰ ਕੀ ਬੋਲ ਦਿੰਦੇ ਆ, ਬੇਸ। ਤਾਂ ਬੇਸ ਜਾਂ ਰੈਡਿਕਸ ਬਾਈਨਰੀ ਦਾ 2 ਹੋ ਜਾਊਗਾ, ਆਕਟਲ ਦਾ 8, ਡੈਸੀਮਲ ਦਾ 10 ਤੇ ਹੈਕਸਾਡੈਸੀਮਲ ਦਾ 16 ਹੋ ਜਾਊਗਾ। ਤਾਂ ਹੁਣ ਇਹ ਸਵਾਲ ਪੁੱਛੇ ਜਾ ਸਕਦੇ ਨੇ। ਇੱਕ ਹੋਰ ਬਹੁਤ ਵਧੀਆ ਸਵਾਲ ਪੁੱਛ ਲੈਂਦਾ ਉਹ, ਕੰਪਿਊਟਰ ਕਿਹੜੀ ਭਾਸ਼ਾ ਸਮਝਦਾ। ਕੰਪਿਊਟਰ ਇੱਕੋ ਹੀ ਭਾਸ਼ਾ ਸਮਝਦਾ, ਬਾਈਨਰੀ ਲੈਂਗੁਏਜ। ਬਾਈਨਰੀ ਲੈਂਗੁਏਜ ਨੂੰ ਕੀ ਬੋਲਦੇ ਆ, ਆ ਵੀ ਹੋ ਸਕਦਾ 0 1 ਵੀ ਬੋਲਦੇ ਆ ਬਾਈਨਰੀ ਨੂੰ, ਮਸ਼ੀਨ ਲੈਂਗੁਏਜ ਵੀ ਬੋਲਦੇ ਆ ਆਪਾਂ, ਹਨਾ। ਜਾਂ ਕੰਪਿਊਟਰ ਕਿਹੜੀ ਭਾਸ਼ਾ ਸਮਝਦਾ, ਉਹਦਾ ਬੇਸ ਕਿਹੜਾ ਹੁੰਦਾ, ਤਾਂ ਉਹਦਾ ਬੇਸ 2 ਹੁੰਦਾ। ਜਾਂ ਆਪਾਂ ਨੂੰ ਇਹ ਪੁੱਛ ਲੇ ਵੀ ਸਪੋਜ਼ ਕਰੋ 16 ਬਿਟ ਕੰਪਿਊਟਰ ਹੈ, ਠੀਕ ਹੈ, 16 ਬਿਟ ਕੰਪਿਊਟਰ ਹੈ, ਉਹ ਕਿਹੜਾ ਨੰਬਰ ਸਿਸਟਮ ਫੋਲੋ ਕਰੂਗਾ। ਤਾਂ ਕੰਪਿਊਟਰ ਚਾਹੇ 16 ਬਿਟ ਹੈ, ਚਾਹੇ 32 ਬਿਟ ਹੈ, ਚਾਹੇ 64 ਬਿਟ ਹੈ, ਇਟ ਆਲਵੇਜ਼ ਫੋਲੋ ਬਾਈਨਰੀ ਨੰਬਰ ਸਿਸਟਮ, ਠੀਕ ਹੈ। ਉਹਨੂੰ ਬਾਈਨਰੀ ਹੀ ਸਮਝ ਆਉਂਦਾ ਹੈ। ਆ ਆਕਟਲ ਡੈਸੀਮਲ ਹੋ ਗਿਆ, ਇਹ ਸਾਡੇ ਵਾਸਤੇ ਵਰਤੇ ਜਾਂਦੇ ਨੇ, ਅਸੀਂ ਐਪਲੀਕੇਸ਼ਨਾਂ ਇਹਦੇ ਐਜ਼ ਏ ਐਪਲੀਕੇਸ਼ਨ ਦੇ ਨਾ ਸਾਰਿਆਂ ਨੂੰ ਆਪਾਂ ਯੂਜ਼ ਕਰਦੇ ਹਾਂ, ਠੀਕ ਹੈ। ਸੋ ਇਹ ਹੋ ਗਿਆ ਨੰਬਰ ਸਿਸਟਮ, ਸਕਰੀਨਸ਼ਾਟ ਲੈ ਸਕਦੇ ਹੋ, ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹ, ਇਹਦੇ ਚੋਂ ਪੁੱਛਿਆ ਜਾ ਸਕਦਾ। ਅਗਲਾ ਸਵਾਲ ਹੁਣ ਆਪਾਂ ਦੇਖਦੇ ਹਾਂ ਬਾਈਨਰੀ ਟੂ ਡੈਸੀਮਲ ਐਂਡ ਵਾਈਸ ਵਰਸਾ। ਪਹਿਲਾਂ ਕਨਵਰਜਨਾਂ ਜ਼ਰੂਰੀ ਨੇ, ਹਨਾ। ਕਨਵਰਜ਼ਨ ਤੋਂ ਹੀ ਆਪਾਂ ਨੂੰ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਨੰਬਰਸ ਨੂੰ ਕਨਵਰਟ ਕਰਨਾ, ਕਨਵਰਜਨਸ। ਸੋ ਸਭ ਤੋਂ ਪਹਿਲਾਂ ਆਪਾਂ ਕੋਈ ਬਾਈਨਰੀ ਨੰਬਰ ਲੈ ਲੈਂਦੇ ਹਾਂ, ਜਿਵੇਂ 0 1 0 1, ਇਹ ਇੱਕ ਬਾਈਨਰੀ ਨੰਬਰ ਆ, ਤੇ ਇਸ ਨੂੰ ਆਪਾਂ ਡੈਸੀਮਲ ਦੇ ਵਿੱਚ ਕਨਵਰਟ ਕਰਨਾ। ਬਾਈਨਰੀ ਦਾ ਨੰਬਰ, ਬਾਈਨਰੀ ਦਾ ਬੇਸ ਕਿੰਨਾ ਹੋ ਜਾਊਗਾ, 2, ਤੇ ਜਿਹੜੇ ਵਿੱਚ ਕਨਵਰਟ ਕਰਨਾ ਆਪਾਂ ਉਹਦਾ ਬੇਸ ਕਿੰਨਾ ਹੋਣਾ ਚਾਹੀਦਾ, 10। ਕਿਉਂ, ਕਿਉਂਕਿ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ ਬੇਸ ਜਿਹੜਾ ਡੈਸੀਮਲ ਦਾ 10 ਹੁੰਦਾ, ਬਾਈਨਰੀ ਦਾ ਬੇਸ ਕਿੰਨਾ ਹੁੰਦਾ, 2 ਹੁੰਦਾ। ਸੋ ਇਹਨੂੰ ਕਨਵਰਟ ਕਿਵੇਂ ਕਰਨਾ, ਸੋ ਇਹ ਜਿਹੜਾ ਟ੍ਰਿਕ ਜਾਂ ਮੈਥਡ ਫੋਲੋ ਕਰਦਾ, ਇਹ ਆਪਣੇ ਕੋਲੇ ਮੈਥਡ ਯੂਜ਼ ਕਰਾਂਗੇ। ਇਹਦੇ ਵਿੱਚ ਆਪਾਂ 8421 8421 ਇਹ ਵਾਲਾ ਮੈਥਡ ਯੂਜ਼ ਕਰਾਂਗੇ ਆਪਾਂ। ਤਾਂ ਸਟਾਰਟ ਕਰਾਂਗੇ ਰਾਈਟ ਹੈਂਡ ਸਾਈਡ ਤੋਂ, 1 2 4 8, ਜਿੱਥੇ ਜਿੱਥੇ 0 ਆ ਗਿਆ ਉਹਨਾਂ ਨੂੰ ਕ੍ਰਾਸ ਕਰ ਦਾਂਗੇ, ਜਿੱਥੇ ਜਿੱਥੇ 1 ਆ ਗਿਆ ਉਹਨਾਂ ਨੂੰ ਜੋੜ ਲਾਂਗੇ। 4 ਤੇ 1 5, 4 + 1 ਟੋਟਲ ਕਿੰਨਾ ਬਣ ਗਿਆ, 5। ਤਾਂ ਇਹ ਕਾਹਦੇ ਇਕੁਇਵਲੈਂਟ ਹੈ, 5 ਡੈਸੀਮਲ ਦੇ। ਬੜਾ ਸੌਖਾ ਕੰਮ ਹੈ, ਹਨਾ। ਹੋਰ ਐਗਜ਼ਾਮਪਲ ਦੇਖਦੇ ਹਾਂ ਕਰਕੇ। ਸੋ ਇਸੇ ਤਰ੍ਹਾਂ ਹੀ ਹੈ, 1 2 ਐਗਜ਼ਾਮਪਲ ਆਪਾਂ ਕਰ ਲੈਣੇ, ਫਿਰ ਤੁਹਾਨੂੰ ਸਮਝ ਆ ਜੂ। ਜਿਵੇਂ ਪਹਿਲੀ ਐਗਜ਼ਾਮਪਲ ਸੀ, ਇਹ ਦੂਸਰੀ ਕਰ ਲੈਣੇ ਆਪਾਂ। ਫੋਰ ਐਗਜ਼ਾਮਪਲ ਆਪਾਂ ਲੈ ਲਿਆ ਨੰਬਰ 1 0 0 0 1 0, ਠੀਕ ਹੈ, ਇਹ ਨੰਬਰ ਆ। ਤਾਂ ਇਹ ਬਾਈਨਰੀ ਦੇ ਵਿੱਚ ਦਿੱਤਾ ਹੋਇਆ, ਡੈਸੀਮਲ ਦੇ ਵਿੱਚ ਇਹਦੀ ਕਿੰਨੀ ਵੈਲਿਊ ਆਊਗੀ ਉਹ ਆਪਾਂ ਦੇਖਣੀ ਆ। ਤਾਂ ਆਪਾਂ ਉਵੇਂ ਹੀ ਕਰਾਂਗੇ, ਸਟਾਰਟਿੰਗ ਫਰੋਮ ਰਾਈਟ ਹੈਂਡ ਸਾਈਡ, 1 2 4 8,
ਇਹ ਤਾਂ ਆਪਾਂ 84218 ਤੱਕ ਲਿਆ ਸੀ, ਇਹਨੂੰ ਜਿੰਨਾ ਮਰਜ਼ੀ ਐਕਸਟੈਂਡ ਕਰ ਸਕਦੇ ਹੋ, 16 32 64 128 ਜਿੱਥੋਂ ਤੱਕ ਮਰਜ਼ੀ ਲਿਆ ਸਕਦੇ ਆ, ਇਹ ਸਾਡੀ ਮਰਜ਼ੀ ਹੈ ਹਨਾ। ਤਾਂ 8 ਤੋਂ ਬਾਅਦ ਕਿੰਨਾ ਆ ਗਿਆ 16, 16 ਤੋਂ ਬਾਅਦ ਕਿੰਨਾ ਆ ਗਿਆ 32। ਤਾਂ ਜਿੱਥੇ ਜਿੱਥੇ ਜ਼ੀਰੋ ਹੈ ਉਹਨਾਂ ਨੂੰ ਕ੍ਰਾਸ ਕਰ ਦਿਓ ਤੇ ਬਾਕੀਆਂ ਨੂੰ ਜੋੜ ਲਾਂਗੇ। ਇੱਕ ਇੱਥੇ ਧਿਆਨ ਰੱਖਣਾ ਵੀ ਇਹ ਸੇਧ 'ਚ ਹੋਣੇ ਚਾਹੀਦੇ ਆ, ਆਪਾਂ ਇਹ ਨਾ ਕੰਮ ਕਰ ਜੀਏ ਵੀ 1 2 4 8 16 ਫਿਰ ਇਹ ਗਲਤ ਹੋ ਜਾਊਗਾ, ਇੱਥੇ ਮਿਸਟੇਕ ਕਰਾਂਗੇ ਆਪਾਂ। ਤਾਂ ਬਚ ਕਿਹੜੇ ਕਿਹੜੇ ਗਏ 32 ਤੇ 2 34, ਸੋ ਇਹ ਕਾਹਦੇ ਇਕੁਇਵਲੈਂਟ ਹੈ 34 ਦੇ 34 ਹੈ, ਠੀਕ ਹੈ। ਸੋ ਮੈਂ ਤੁਹਾਨੂੰ ਐਗਜ਼ਾਮਪਲਾਂ ਦੇ ਦਿੰਦਾ, ਤੁਸੀਂ ਕਮੈਂਟ ਕਰਕੇ ਦੱਸਿਓ ਵੈਲਿਊ ਕਿੰਨੀ ਬਣ ਗਈ 1 1 0 1 0, ਠੀਕ ਹੈ। 3 ਨੰਬਰ ਇਹਨੂੰ ਦੱਸਿਓ ਕਿੰਨਾ ਬਣ ਗਿਆ। 4 ਨੰਬਰ ਇੱਕ ਹੋਰ ਦੇ ਦੇਣਾ 1 1 0 0 1, ਇਹ ਬਾਈਨਰੀ, ਇਹਦੇ ਇਕੁਇਵਲੈਂਟ ਡੈਸੀਮਲ ਕਿੰਨਾ ਬਣਦਾ ਦੋਨਾਂ ਦੇ, ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ, ਤੁਹਾਡੀ ਪ੍ਰੈਕਟਿਸ ਵੀ ਹੋ ਜੂਗੀ ਹਨਾ। ਸਪੋਜ਼ ਕਰੋ ਹੁਣ ਆਪਾਂ ਦੂਸਰਾ ਕਰ ਲੈਂਦੇ ਆ, ਇਹ ਤਾਂ ਸੀਗਾ ਬਾਈਨਰੀ ਟੂ ਡੈਸੀਮਲ। ਜੇ ਡੈਸੀਮਲ ਟੂ ਬਾਈਨਰੀ ਪੁੱਛ ਲੇ ਉਹ ਕਿਵੇਂ ਕਰਾਂਗੇ। ਸਪੋਜ਼ ਕਰੋ ਆਪਾਂ ਨੂੰ ਦਿੱਤਾ ਹੋਇਆ 12 ਦਿੱਤਾ ਹੋਇਆ ਡੈਸੀਮਲ ਦੇ ਵਿੱਚ, ਇਹਨੂੰ ਬਾਈਨਰੀ ਦੇ ਵਿੱਚ ਕਨਵਰਟ ਕਰਨਾ, ਆਹੀ ਚੀਜ਼ ਲਿਖਾਂਗੇ ਆਪਾਂ 8421। ਤਾਂ ਆਪਾਂ ਇੱਥੇ 8421 ਜਦੋਂ ਲਿਖਾਂਗੇ ਉਹਦੇ ਵਿੱਚੋਂ ਇਹ ਚੀਜ਼ ਦੇਖਾਂਗੇ 8421 ਕਿਹੜੇ ਕਿਹੜੇ ਅੱਖਰਾਂ ਨੂੰ ਜੋੜ ਕੇ 12 ਬਣਦਾ, ਉੱਥੇ 1 ਰੱਖ ਲਾਂਗੇ। ਜਿਵੇਂ 8 ਤੇ 4 ਨੂੰ ਜੋੜ ਕੇ 12 ਬਣਦਾ, ਇੱਥੇ 1 ਰੱਖ ਲਾਂਗੇ। ਜਿਨ੍ਹਾਂ ਨੂੰ ਕੰਸੀਡਰ ਨਹੀਂ ਕਰ ਰਹੇ ਉਹਨਾਂ ਨੂੰ ਕੀ ਰੱਖ ਲਾਂਗੇ 0। ਤਾਂ ਇਹ 12 ਦੇ ਇਕੁਇਵਲੈਂਟ ਬਾਈਨਰੀ ਬਣ ਗਏ। ਪਹਿਲੀ ਐਗਜ਼ਾਮਪਲ ਸੀ। ਦੂਸਰੀ ਐਗਜ਼ਾਮਪਲ ਆਪਾਂ ਹੋਰ ਦੇਖ ਲੈਂਦੇ ਹਾਂ, ਜਿਵੇਂ ਆਪਣੇ ਕੋਲੇ ਕਹਿ ਲਿਆ ਵੀ 18 ਲੈ ਲਿਆ ਆਪਾਂ, ਡੈਸੀਮਲ ਦੇ ਵਿੱਚ 18 ਹੈ, ਤਾਂ ਆਪਾਂ ਲਿਖਾਂਗੇ 8421। ਤਾਂ ਇਹ ਸਾਰਿਆਂ ਨੂੰ ਜੋੜ ਕੇ ਦੇਖਾਂਗੇ 8 ਤੇ 4 12 ਤੇ 2 14 ਤੇ 1 15, ਇਹਨੇ ਨਾਲ ਤਾਂ 18 ਬਣਦਾ ਹੀ ਨਹੀਂ। ਤਾਂ ਆਪਾਂ ਅੱਗੇ ਵਧਾ ਲਾਂਗੇ, 18 ਕਿੰਨੇ ਹੁੰਦੇ ਨੇ 16 ਤੇ 2 18, 16 ਵਾਲੇ ਨੂੰ 1 8 ਨਹੀਂ ਜੋੜ ਰਹੇ, 4 ਵੀ ਨਹੀਂ ਜੋੜ ਰਹੇ, 2 ਜੋੜ ਰਹੇ ਆ, 1 ਵੀ ਨਹੀਂ ਜੋੜ ਰਹੇ। ਤਾਂ ਇਹ ਇਹਦੇ ਇਕੁਇਵਲੈਂਟ ਕੀ ਬਣ ਗਿਆ ਡੈਸੀਮਲ ਦੇ ਇਕੁਇਵਲੈਂਟ ਬਾਈਨਰੀ ਨੰਬਰ। ਸੋ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ, ਇਹ ਬਾਈਨਰੀ ਟੂ ਡੈਸੀਮਲ ਐਂਡ ਡੈਸੀਮਲ ਟੂ ਬਾਈਨਰੀ ਹੈ, ਠੀਕ ਹੈ। ਸੋ ਤੁਸੀਂ ਦੇਖਣਾ ਲਿਖ ਕੇ, ਤਾਂ ਮੈਂ ਐਗਜ਼ਾਮਪਲ ਦੇ ਦੇਣਾ, ਜਿਵੇਂ 24 ਦਾ ਇਹ ਮੈਨੂੰ ਕਮੈਂਟ ਕਰਕੇ ਦੱਸਿਓ 24 ਡੈਸੀਮਲ ਦੇ ਵਿੱਚ ਹੈ, ਬਾਈਨਰੀ ਕਿੰਨਾ ਆਊਗਾ। 4 ਨੰਬਰ ਦੇ ਵਿੱਚ 38 ਲੈ 38 ਡੈਸੀਮਲ ਦੇ ਵਿੱਚ ਹੈ, ਬਾਈਨਰੀ ਦੇ ਵਿੱਚ ਕਿੰਨਾ ਆਊਗਾ, ਠੀਕ ਹੈ। ਆਪਾਂ ਨੰਬਰਿੰਗ ਹੀ ਕਰ ਲੈਂਦੇ ਆ, ਇਹਨੂੰ ਆਪਾਂ 1 ਨੰਬਰ ਪਾ ਲੈਂਦੇ ਆ, ਇਹਨੂੰ ਆਪਾਂ 2 ਨੰਬਰ ਪਾ ਲੈਣੇ ਆ 3 ਤੇ 4, ਠੀਕ ਹੈ। ਸੋ ਉਸ ਦੇ ਹਿਸਾਬ ਨਾਲ ਤੁਸੀਂ ਫੋਟੋ ਖਿੱਚ ਕੇ ਵੀ ਅਪਲੋਡ ਕਰ ਸਕਦੇ ਹੋ। ਵੈਸੇ ਫੋਟੋ ਤਾਂ ਸ਼ਾਇਦ ਮੈਨੂੰ ਲੱਗਦਾ ਕਮੈਂਟ ਦੇ ਵਿੱਚ ਅਪਲੋਡ ਨਹੀਂ ਹੁੰਦੀ, ਵੈਸੇ ਤੁਸੀਂ ਕਮੈਂਟ ਕਰ ਦਿਓ। ਨੈਕਸਟ ਹੈਗਾ ਬਾਈਨਰੀ ਟੂ ਆਕਟਲ ਐਂਡ ਵਾਈਸ ਵਰਸਾ। ਇਹਦੇ ਵਿੱਚ ਆਪਾਂ ਦੇਖਾਂਗੇ ਜਿਹੜਾ ਆਕਟਲ ਹੁੰਦਾ ਹੈ ਨਾ, ਇਹਦੀ ਰੇਂਜ 0 to 7 ਹੁੰਦੀ ਆ, ਤੇ ਟੋਟਲ ਇਹਦੇ ਵਿੱਚ 8 ਡਿਜਿਟਸ ਹੁੰਦੇ ਨੇ। ਜੇ ਆਪਾਂ ਗਿਣਤੀ ਕਰ ਲਈਏ ਤਾਂ 8 ਡਿਜਿਟਸ ਹੁੰਦੇ ਨੇ, ਠੀਕ ਹੈ। ਤਾਂ 8 ਡਿਜਿਟਸ ਨੂੰ ਰਿਪਰੈਜ਼ੈਂਟ ਕਰਨ ਲਈ ਬਾਈਨਰੀ ਦੀਆਂ ਕਿੰਨੀਆਂ ਬਿਟ ਚਾਹੀਦੀਆਂ ਨੇ 2⁻3 8। ਤਾਂ 3 ਬਿਟ ਦੇ ਪੇਅਰ ਬਣਾਵਾਂਗੇ ਇਹਦੇ ਵਿੱਚ ਚੱਲੂਗਾ 421। ਇਹਦੇ ਵਿੱਚ 842 ਨਹੀਂ ਚੱਲਦਾ, ਕਿਉਂ? ਕਿਉਂਕਿ 8 ਡਿਜਿਟ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਟੋਟਲ, ਇਹ ਮੈਂ ਦੱਸ ਦੇਣਾ, ਚਲੋ ਡਿਟੇਲ ਦੇ ਵਿੱਚ ਹੀ ਦੱਸ ਦੇਣਾ ਗੱਲ ਇਹ। ਜੇ ਆਪਣੇ ਕੋਲੇ ਬਾਈਨਰੀ ਦੀਆਂ 2 ਬਿਟ ਨੇ, ਸਪੋਜ਼ ਕਰੋ 2 ਪੋਜੀਸ਼ਨਾਂ ਨੇ, ਤਾਂ ਦੋਨੇ 0 0 ਹੋ ਸਕਦੇ ਨੇ, ਇੱਕ 0 1 ਹੋ ਸਕਦਾ, ਇੱਕ 1 0 ਹੋ ਸਕਦਾ, ਤਾਂ ਜਾਂ ਦੋਨੋਂ 1 ਹੋ ਸਕਦੇ ਨੇ, ਹਨਾ। ਤਾਂ ਇਹਨੂੰ ਆਪਾਂ ਇੱਥੇ 1 2 4 8 ਲਾਉਣਾ ਸੀ, 4 8 ਤਾਂ ਹੈ ਨਹੀਂ, ਇਹਨੂੰ ਡੈਸੀਮਲ 'ਚ ਕਨਵਰਟ ਕਰਾਂਗੇ, ਦੋਨੇ 0 ਨੇ ਤਾਂ 0। ਅਗਲੇ ਆਹ ਵਾਲੇ ਕੇਸ ਦੇ ਵਿੱਚ 2 0 ਹੈ ਤੇ 1 1 ਹੈ ਤੇ 1 ਬਣ ਗਿਆ। ਆਹ ਕਿੰਨਾ ਬਣ ਗਿਆ 1 ਵਾਲਾ ਕੈਂਸਲ ਹੋ ਗਿਆ, 2 ਬਣ ਗਿਆ। ਆ ਦੋਨੇ ਹੀ ਪ੍ਰੈਜ਼ੈਂਟ ਨੇ, ਲਾਸਟ ਵਾਲੇ ਦੇ ਵਿੱਚ 2 ਤੇ 1 3 ਬਣ ਗਏ। ਆਹ ਇਹਦੇ ਇਕੁਇਵਲੈਂਟ ਡੈਸੀਮਲ ਨੰਬਰ ਸੀ, ਆ ਬਾਈਨਰੀ ਸੀ। ਤਾਂ 2 ਬਿਟ ਦੇ ਨਾਲ ਆਪਾਂ ਕਿੰਨੇ ਕੰਬੀਨੇਸ਼ਨ ਲਿਖ ਲਏ, 2 ਬਿਟਸ ਦੇ ਨਾਲ ਟੋਟਲ ਕਿੰਨੇ ਕੰਬੀਨੇਸ਼ਨ ਲਿਖੇ ਗਏ 4। ਰੇਂਜ ਕਿੰਨੀ ਹੋ ਗਈ 0 ਤੋਂ ਲੈ ਕੇ 3 ਤੱਕ। ਆ ਦੇਖੋ ਰੇਂਜ 1 ਘੱਟ ਤੱਕ ਜਾਂਦੀ ਹੈ, ਕਿਉਂ? ਕਿਉਂਕਿ 0 ਤੋਂ ਸਟਾਰਟ ਹੁੰਦਾ। ਤਾਂ ਆਪਾਂ ਇਹਨੂੰ ਇਹ ਲਿਖ ਸਕਦੇ ਹਾਂ ਕਿ 2 ਬਿਟਸ ਦੇ ਨਾਲ ਟੋਟਲ we can represent 2⁻2 ਜਾਂ 4, ਰੇਂਜ ਕਿੰਨੀ ਹੋ ਜੂਗੀ 0 to 3 ਹੋ ਜੂਗੀ। ਇੱਕ ਐਗਜ਼ਾਮਪਲ ਹੋਰ ਕਰਕੇ ਦੇਖ ਲੈਂਦੇ ਹਾਂ। ਜੇ 3 ਬਿਟ ਨੇ ਬਾਈਨਰੀ ਦੀਆਂ, ਹਨਾ, ਤਾਂ ਤਿੰਨੇ 0 ਹੋ ਸਕਦੇ ਨੇ, 0 0 1 ਹੋ ਸਕਦਾ ਹੈ, 0 1 0 ਹੋ ਸਕਦਾ ਹੈ, 0 1 1 ਵੀ ਹੋ ਸਕਦਾ ਹੈ, 1 0 0 1 0 1 1 1 1, ਹੋਰ ਕੋਈ ਵੀ ਕੰਬੀਨੇਸ਼ਨ ਨਹੀਂ ਬਣਦਾ 3 ਬਿਟ ਦੇ ਨਾਲ। ਤਾਂ ਇਹ ਸੀਗਾ ਬਾਈਨਰੀ ਦੇ ਵਿੱਚ। ਇਹਨੂੰ ਆਪਾਂ ਡੈਸੀਮਲ 'ਚ ਕਰਾਂਗੇ 1 2 4। ਜੇ ਇੱਕ ਹੋਰ ਲੱਗਿਆ ਹੁੰਦਾ ਤਾਂ 8 ਤੱਕ ਲੈ ਜਾਂਦੇ। ਇਹਦੇ ਵਿੱਚ 2 ਲੱਗੇ ਹੋਏ ਸੀ, 2 ਤੱਕ ਲਗਾਏ ਸੀ, ਇਹਦੇ ਵਿੱਚ ਆਪਾਂ ਕਿੱਥੋਂ ਤੱਕ ਲਗਾਏ ਆ 3 ਤੱਕ ਲਗਾਏ ਆ।
ਤਾਂ ਇਹਦੇ ਸਾਰੇ 0 ਨੇ ਤਾਂ 0 ਬਣ ਗਿਆ, 1 1 ਹੈ 1, ਇਹ 2 ਵਾਲੇ ਦੀ ਜਗ੍ਹਾ ਤੇ ਹੈਗੀ ਆ 1 ਤਾਂ ਉੱਥੇ ਕਿੰਨਾ ਆ ਜਾਊਗਾ 2 ਆ ਜਾਊਗਾ। ਅੱਗੇ ਆਪਣੇ ਕੋਲੇ 4 ਐਬਸੈਂਟ ਹੈ, 2 ਤੇ 1 ਪ੍ਰੈਜ਼ੈਂਟ ਨੇ ਤਾਂ 2 ਤੇ 1 ਕਿੰਨਾ ਬਣ ਗਿਆ 3 ਬਣ ਗਿਆ, ਅੱਗੇ 4 ਬਣ ਗਿਆ, ਅਗਲਾ 5 ਬਣ ਗਿਆ ਤੇ ਅਗਲਾ ਗਲਤ ਹੋ ਗਿਆ ਕੁਛ 0 1 2 3 4 5 6 ਨਹੀਂ ਆਪਾਂ ਲਿਖਿਆ 1 1 0, ਇਹ 6 ਬਣ ਗਿਆ ਤੇ ਇੱਕ ਆ ਬਣ ਗਿਆ 7 ਬਣ ਗਿਆ। ਤਾਂ ਆਪਾਂ ਕਹਿ ਸਕਦੇ ਹਾਂ ਵੀ 3 ਬਿਟਸ ਦੇ ਨਾਲ 3 ਬਿਟਸ ਦੇ ਨਾਲ ਵੀ ਕੈਨ ਰਿਪਰੈਜ਼ੈਂਟ ਟੋਟਲ, ਇਹ ਗਿਣਤੀ ਕਰਕੇ ਦੇਖ ਲਓ 8 ਬਣਦੇ ਨੇ ਤਾਂ 2 ਰੇਜ਼ ਟੂ ਪਾਵਰ 3 ਇਜ਼ ਇਕੁਅਲ ਟੂ 8, ਰੇਂਜ ਕਿੰਨੀ ਹੋਗੀ 0 to 7 ਹੈਨਾ। ਤਾਂ ਇਸ ਤਰੀਕੇ ਨਾਲ ਆਪਾਂ ਨੂੰ ਸਵਾਲ ਹੁਣ ਕਿਵੇਂ ਪੁੱਛਿਆ ਜਾ ਸਕਦਾ, ਮੈਂ ਦੁਬਾਰੇ ਲਿਖ ਕੇ ਦੱਸ ਦੇਣਾ ਤੁਹਾਨੂੰ। 2 ਬਿਟਸ ਦੇ ਨਾਲ ਕਿੰਨੇ ਕੰਬੀਨੇਸ਼ਨ ਜਾਂ ਨੰਬਰ ਬਣ ਸਕਦੇ ਨੇ 2 ਰੇਜ਼ ਟੂ ਪਾਵਰ 2 ਇਜ਼ ਇਕੁਅਲ ਟੂ 4, ਰੇਂਜ ਕਿੰਨੀ ਹੈ 0 to 7। 3 ਬਿਟਸ ਦੇ ਨਾਲ ਕਿੰਨੇ ਨੰਬਰ ਬਣ ਸਕਦੇ ਨੇ 2 ਰੇਜ਼ ਟੂ ਪਾਵਰ 3 ਇਜ਼ ਇਕੁਅਲ ਟੂ 8, ਉੱਪਰ ਗਲਤ ਲਿਖ ਗਿਆ ਆਪਾਂ 0 to 3, ਤਾਂ ਇਹਦੀ ਰੇਂਜ 0 to 7। ਸਿਮਿਲਰਲੀ 4 ਬਿਟਸ ਦੇ ਨਾਲ ਕਿੰਨੇ ਕੰਬੀਨੇਸ਼ਨ ਬਣ ਸਕਦੇ ਨੇ 2 ਰੇਜ਼ ਟੂ ਪਾਵਰ 4, ਕਿੰਨਾ ਹੋ ਗਿਆ 16, ਰੇਂਜ ਕਿੰਨੀ ਹੋ ਗਈ 0 to 15। ਸਿਮਿਲਰਲੀ 8 ਬਿਟਸ ਦੇ ਨਾਲ 2 ਰੇਜ਼ ਟੂ ਪਾਵਰ 8 ਕਿੰਨਾ ਹੋ ਗਿਆ 256, ਰੇਂਜ ਕਿੰਨੀ ਹੋ ਗਈ 0 ਤੋਂ ਲੈ ਕੇ 255 ਤੱਕ। ਤਾਂ ਇੰਨੇ ਕੰਬੀਨੇਸ਼ਨ ਹੋ ਸਕਦੇ ਨੇ, ਇੰਨੀ ਰੇਂਜ ਹੋ ਸਕਦੀ ਹੈ। ਹੁਣ ਆਪਾਂ ਨੂੰ ਉਲਟਾ ਵੀ ਪੁੱਛ ਸਕਦਾ ਵੀ 16 ਕੰਬੀਨੇਸ਼ਨਸ ਨੂੰ ਲਿਖਣ ਦੇ ਲਈ ਕਿੰਨੀਆਂ ਬਿਟਸ ਚਾਹੀਦੀਆਂ ਨੇ, ਤਾਂ 2 ਰੇਜ਼ ਟੂ ਪਾਵਰ 4 ਕਰਕੇ ਆ ਜਾਊਗਾ 16, ਤਾਂ 4 ਬਿਟਸ ਚਾਹੀਦੀਆਂ ਨੇ। 4 ਬਿਟਸ ਦੇ ਨਾਲ 16 ਕੰਬੀਨੇਸ਼ਨ ਲਿਖੇ ਜਾ ਸਕਦੇ ਨੇ। ਜਾਂ ਤੁਹਾਨੂੰ ਮੈਂ ਕਹਿਦਾ ਵੀ ਕਲਾਸ ਦੇ ਵਿੱਚ ਤੁਹਾਡੇ ਕੋਲੇ ਟੋਟਲ 64 ਬੱਚੇ ਨੇ, 64 ਸਟੂਡੈਂਟਸ ਨੇ ਜਾਂ 64 ਕੰਬੀਨੇਸ਼ਨਸ ਨੇ, 64 ਬੱਚਿਆਂ ਨੂੰ ਰੋਲ ਨੰਬਰ ਦੇਣਾ, ਤੁਸੀਂ ਕਿੰਨੀਆਂ ਬਿਟ ਲਾਓਗੇ ਤੁਸੀਂ, ਤਾਂ 2 ਦੀ ਪਾਵਰ ਕਿੰਨਾ 64 ਹੁੰਦਾ, 2 ਦੀ ਪਾਵਰ 5 32 ਹੁੰਦਾ, 2 ਦੀ ਪਾਵਰ 6 64 ਹੁੰਦਾ, ਤਾਂ ਯੂ ਨੀਡ 6 ਬਿਟਸ। ਤਾਂ 6 ਬਿਟ ਦੇ ਨਾਲ ਤੁਸੀਂ ਹਰੇਕ ਬੱਚੇ ਨੂੰ ਰੋਲ ਨੰਬਰ ਦੇ ਦਿਓਗੇ, ਠੀਕ ਹੈ। ਤਾਂ ਔਕਟਲ ਦੇ ਵਿੱਚ ਕੁੱਲ ਕਿੰਨੇ ਅੱਖਰ ਨੇ ਟੋਟਲ 8 ਕੰਬੀਨੇਸ਼ਨਸ ਨੇ ਹਨਾ, 8 ਕੰਬੀਨੇਸ਼ਨਸ। ਤਾਂ ਟੂ ਰਿਪਰੈਜ਼ੈਂਟ 8 combinations, how many bits we need to represent 8 combination, 2 raised to power 3 8 ਹੁੰਦਾ, we need 3 bits। ਤਾਂ ਗੱਲ ਮੈਨੂੰ ਲੱਗਦਾ ਤੁਹਾਨੂੰ ਕਲੀਅਰ ਹੋ ਗਈ ਹੋਣੀ ਹੈ ਵੀ ਇੱਥੇ 3 ਦੇ ਕੰਬੀਨੇਸ਼ਨ ਆਪਾਂ ਕਿਉਂ ਲੈ ਰਹੇ ਹਾਂ ਔਕਟਲ ਦੇ ਵਿੱਚ, ਕਲੀਅਰ ਹੋਈ ਗੱਲ। ਤਾਂ 3 ਦੇ ਕੰਬੀਨੇਸ਼ਨ ਤਾਂ ਕਰਕੇ ਲਵਾਂਗੇ, ਬਾਈਨਰੀ ਦੀ ਕੋਈ ਵੈਲਿਊ ਆ ਆਪਣੇ ਕੋਲ ਦਿੱਤੀ ਹੋਈ ਹੈ, ਸਪੋਜ਼ ਕਰੋ ਇਹ ਬਾਈਨਰੀ ਹੈ, ਇਹਨੂੰ ਆਪਾਂ ਔਕਟਲ ਦੇ ਵਿੱਚ ਕਨਵਰਟ ਕਰਨਾ, ਤਾਂ 3 ਦੇ ਪੇਅਰ ਬਣਾਵਾਂਗੇ ਸਟਾਰਟਿੰਗ ਫਰੋਮ ਰਾਈਟ ਹੈਂਡ ਸਾਈਡ। ਦੇਖੋ ਇੱਥੋਂ ਸ਼ੁਰੂ ਕੀਤਾ ਤੇ ਅੱਗੇ ਆਪਾਂ ਕੀਤਾ, ਜਿੱਥੇ 3 ਪੂਰੇ ਨਹੀਂ ਹੋ ਰਹੇ ਇੱਥੇ ਆਪਾਂ 0 ਲਾ ਲਾਂਗੇ, ਤਾਂ ਇਹ ਹੋ ਗਿਆ 1 2 4। ਅੱਗੇ ਨਹੀਂ ਜਾਵਾਂਗੇ ਕਿਉਂਕਿ ਇਹਦੇ ਵਿੱਚ ਰਿਸਟ੍ਰਿਕਸ਼ਨ ਹੈ ਕਿ ਯੂ ਨੀਡ ਟੂ ਟੇਕ ਓਨਲੀ 3 ਬਿਟ ਪੇਅਰ। ਤਾਂ ਅੱਗੇ ਫਿਰ 1 ਤੋਂ ਸਟਾਰਟ ਕਰਾਂਗੇ 1 2 4, ਜਿੱਥੇ ਜਿੱਥੇ 0 ਹੈ ਕੈਨਸਲ ਹੋ ਜਾਣਗੇ, ਇਹਦਾ ਬਣ ਗਿਆ 2, ਇਹਦਾ ਬਣ ਗਿਆ 7, ਤਾਂ ਟੋਟਲ ਬਣ ਗਿਆ 27। ਇਹ 27 ਨਹੀਂ ਹੈ 27, ਬੇਸ ਕਿੰਨਾ ਆ ਜਾਊਗਾ 8 ਆ ਜਾਊਗਾ। ਇਸ ਤਰ੍ਹਾਂ ਆਪਾਂ ਬਾਈਨਰੀ ਨੂੰ ਔਕਟਲ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਹੋਰ ਐਗਜ਼ਾਮਪਲ ਲੈ ਲੈਂਦੇ ਹਾਂ, ਜਿਵੇਂ 1 1 0 1 0 1, ਇਹ ਬਾਈਨਰੀ 'ਚ ਦਿੱਤਾ ਹੋਇਆ, ਇਹਦੇ ਵਿੱਚ ਵੀ ਆਪਾਂ 3 ਦੇ ਪੇਅਰ ਹੀ ਬਣਾਵਾਂਗੇ ਸਟਾਰਟਿੰਗ ਫਰੋਮ ਰਾਈਟ ਹੈਂਡ ਸਾਈਡ, ਠੀਕ ਹੈ। ਇੱਥੇ ਬਣ ਜਾਊਗਾ 1 2 4 1 2 4। ਹੁਣ ਤੁਹਾਨੂੰ ਸ਼ਾਰਟਕਟ ਵੀ ਦਿਖਣ ਲੱਗ ਗਏ ਹੋਣਗੇ ਵੀ ਇੰਨਾ ਮੱਥਾ ਮਾਰਨ ਦੀ ਵੀ ਲੋੜ ਨਹੀਂ, ਆ ਬਣ ਗਿਆ 6, ਆ ਬਣ ਗਿਆ 5, 6 ਤੇ 5, ਤਾਂ 6 5 ਬੇਸ ਬਣ ਗਿਆ 8। ਇਸੇ ਤਰ੍ਹਾਂ ਹੀ ਆਪਾਂ ਕੋਈ ਵੀ ਬਾਈਨਰੀ ਨੰਬਰ ਹੋਵੇ ਉਹਨੂੰ ਕਨਵਰਟ ਕਰ ਸਕਦੇ। ਇੱਕ ਸਵਾਲ ਹੋਰ ਦੇਖ ਲੈਂਦੇ ਹਾਂ, 1 1 1 0 0 0 0 0 1 0 0, ਠੀਕ ਹੈ। ਇਹ ਬਾਈਨਰੀ ਆ, ਤਾਂ ਇਹਦੇ ਵਿੱਚ ਵੀ ਆਪਾਂ ਉਵੇਂ ਹੀ ਕਰਾਂਗੇ, 3 ਦੇ ਪੇਅਰ ਲੈ ਲਾਂਗੇ ਸਟਾਰਟਿੰਗ ਫਰੋਮ ਰਾਈਟ ਹੈਂਡ ਸਾਈਡ। ਇਹ ਪਹਿਲਾ ਪੇਅਰ ਹੋ ਗਿਆ, ਇਹ ਦੂਜਾ ਪੇਅਰ ਹੋ ਗਿਆ, ਇਹ ਤੀਜਾ ਪੇਅਰ ਹੋ ਗਿਆ, 1 2 4 1 2 4 1 2 4। ਇਹ ਕਿੰਨਾ ਬਣ ਗਿਆ 4 ਬਣ ਗਿਆ, ਇਹ ਵੀ ਵਾਲਾ ਵੀ ਇਹ 0 ਬਣ ਗਿਆ, ਧਿਆਨ ਰੱਖਣਾ ਹੈ ਕਿਉਂਕਿ ਕੋਈ ਵੀ ਵੈਲਿਊ ਨਹੀਂ ਹੈ ਤਾਂ 0, ਇਹ ਬਣ ਗਿਆ 4, ਤਾਂ 404 ਔਕਟਲ ਦੇ ਵਿੱਚ ਇਹਦਾ ਆਨਸਰ ਬਣ ਗਿਆ, ਠੀਕ ਹੈ। ਇਹ ਸੀਗਾ ਆਪਣੇ ਕੋਲੇ ਬਾਈਨਰੀ ਟੂ ਔਕਟਲ। ਹੁਣ ਆਪਾਂ ਨੂੰ ਕੋਈ ਔਕਟਲ ਨੰਬਰ ਦਿੱਤਾ 2 3 ਔਕਟਲ ਦੇ ਵਿੱਚ, ਇਹਨੂੰ ਬਾਈਨਰੀ 'ਚ ਕਰਨਾ ਤਾਂ ਆਪਾਂ ਕੱਲੇ ਡਿਜਿਟ ਨੂੰ ਹੀ ਲੈਵਾਂਗੇ। ਹੁਣ 23 ਨਹੀਂ ਹੈਗਾ ਇਹ, ਠੀਕ ਹੈ, ਤਾਂ 2 ਨੂੰ ਆਪਾਂ ਲੈਵਾਂਗੇ 2 ਦਾ, ਇੱਥੇ 4 2 1 ਚੱਲੂਗਾ, 3 ਤੇ ਵੀ 4 2 1 ਚੱਲੂਗਾ, ਤਾਂ ਇੱਥੇ ਆਪਾਂ ਬਣਾ ਕੇ ਦੇਖ ਲਾਂਗੇ
4 2 1 ਦੇ ਹਿਸਾਬ ਦੇ ਨਾਲ 2 ਕਿਵੇਂ ਬਣੂਗਾ ਜੇ 2 ਵਾਲੇ ਨੂੰ 1 ਕਰ ਦਾਂਗੇ ਬਾਕੀ ਸਾਰਿਆਂ ਨੂੰ 0 ਰੱਖ ਲਾਂਗੇ 3 ਕਿਵੇਂ ਬਣੂਗਾ 0 1 1 2 ਤੇ 1 3 ਹੁੰਦਾ ਤਾਂ ਇਹਦੇ ਇਕੁਇਵਲੈਂਟ 0 1 0 0 1 1 ਕੀ ਬਣ ਗਿਆ ਆਪਣੇ ਕੋਲ ਕੀ ਬਣ ਗਿਆ ਇਹ ਟੋਟਲ 0 1 0 0 1 1 2 3 ਦੇ ਇਕੁਇਵਲੈਂਟ ਬਾਈਨਰੀ ਨੰਬਰ ਬਣ ਗਿਆ ਸੋ ਇਸ ਤਰ੍ਹਾਂ ਹੀ ਆਪਾਂ ਕਰ ਸਕਦੇ ਹਾਂ ਹਨਾ ਅੱਗੇ ਆ ਗਿਆ ਬਾਈਨਰੀ ਟੂ ਹੈਕਸਾ ਹੈਕਸਾ ਦੇ ਵਿੱਚ ਆਪਾਂ ਨੂੰ ਪਤਾ ਹੈ 0 to 9 ਐਂਡ A to F ਚੱਲਦਾ ਹਨਾ ਤਾਂ ਹੈਕਸਾ ਦੇ ਵਿੱਚ ਟੋਟਲ ਗਿਣਤੀ ਕਿੰਨੀ ਅੱਖਰਾਂ ਦੀ 16 ਗਿਣਤੀ ਹੈ 16 ਅੱਖਰਾਂ ਨੂੰ ਰਿਪਰੈਜ਼ੈਂਟ ਕਰਨ ਲਈ ਕਿੰਨੀਆਂ ਬਿਟ ਚਾਹੀਦੀਆਂ ਨੇ 2 ਦੀ ਪਾਵਰ ਕਰਕੇ ਦੇਖ ਲਓ 2 ਦੀ ਪਾਵਰ 4 ਹੋ ਗਿਆ ਤਾਂ ਵੀ ਨੀਡ 4 ਬਿਟਸ ਤਾਂ 4 ਬਿਟਸ ਚਾਹੀਦੀਆਂ ਨੇ ਤਾਂ ਆਪਾਂ 4 4 ਦੇ ਪੇਅਰ ਬਣਾਵਾਂਗੇ 4 4 ਦੇ ਪੇਅਰ ਬਣਾ ਲਾਂਗੇ ਆਪਾਂ ਹਨਾ ਤਾਂ ਕੋਈ ਵੀ ਨੰਬਰ ਹੈ ਬਾਈਨਰੀ ਦੇ ਵਿੱਚ 1 0 1 0 0 1 0 ਹਨਾ ਇਹ ਕੋਈ ਬਾਈਨਰੀ ਨੰਬਰ ਦਿੱਤਾ ਹੋਇਆ ਇਹਦੇ 4 4 ਦੇ ਪੇਅਰ ਬਣਾਵਾਂਗੇ ਸਟਾਰਟਿੰਗ ਫਰੋਮ ਰਾਈਟ ਹੈਂਡ ਸਾਈਡ ਇਧਰੋਂ ਆਪਾਂ ਇਹ 4 ਅੱਖਰਾਂ ਦਾ ਪੇਅਰ ਬਣ ਗਿਆ ਅਗਲਾ ਵੀ 4 ਅੱਖਰਾਂ ਦਾ ਬਣ ਗਿਆ 0 ਲਾ ਕੇ ਤਾਂ ਇਹ ਬਣ ਗਿਆ 1 2 4 8 ਹੁਣ 4 ਅੱਖਰ ਨੇ ਤਾਂ 8 ਤੱਕ ਜਾਵਾਂਗੇ ਔਕਟਲ ਦੇ ਵਿੱਚ 3 ਅੱਖਰ ਸੀ 3 ਤੱਕ ਗਏ ਸੀ ਦੁਬਾਰੇ ਫਿਰ 1 2 4 8 ਤਾਂ ਇਹ ਕਿੰਨਾ ਬਣ ਗਿਆ 4 ਤੇ 1 5 ਬਣ ਗਿਆ ਅਗਲਾ ਕਿੰਨਾ ਬਣ ਗਿਆ 2 ਬਣ ਗਿਆ ਤਾਂ ਇਹ ਬਣ ਗਿਆ 5 2 ਬੇਸ ਆ ਗਿਆ 16 ਕਿਉਂਕਿ ਹੈਕਸਾ ਦੇ ਵਿੱਚ ਬੇਸ ਕਿੰਨਾ ਹੁੰਦਾ 16 ਹੁੰਦਾ ਇਹ ਬਾਈਨਰੀ ਇਕੁਇਵਲੈਂਟ ਦੇ 16 ਬਣ ਗਿਆ ਤੇ ਇੱਥੇ ਮੈਂ ਤੁਹਾਨੂੰ ਲਿਖ ਕੇ ਵੀ ਦਿਖਾ ਦੇਣਾ ਕਿਵੇਂ ਚੱਲਦਾ ਇਹ 0 1 2 3 4 5 6 7 8 9 ਉਸ ਤੋਂ ਬਾਅਦ 10 11 12 13 14 इधर मैं शायद तुम दिखना नहीं मैं इधरली साइड पे लिख देना ਆਪਾਂ इधर लिख लेने 0 1 2 3 4 5 6 7 8 9 10 11 12 13 14 15 ਇਹ ਸੀਗਾ ਆਪਣੇ ਕੋਲ ਡੈਸੀਮਲ ਦੇ ਵਿੱਚ ਇਹਦੇ ਇਕੁਇਵਲੈਂਟ ਆਪਾਂ ਲਿਖਣਾ ਹੋਵੇ ਹੈਕਸਾ ਚ ਕਿਵੇਂ ਚੱਲਦਾ ਹੈ 0 to 9 ਤਾਂ ਉਹੀ ਚੱਲੂਗਾ 9 ਤੱਕ ਤਾਂ ਉਹੀ ਲਿਖ ਲਿਓ ਤੁਸੀਂ 0 1 2 3 4 5 ਹਨਾ ਜਿੱਥੇ 10 ਆ ਗਿਆ ਇਹ 10 ਨਹੀਂ ਲਿਖਦਾ ਇਹ A ਲਿਖਦਾ ਹੈ 11 ਨੂੰ B 12 ਨੂੰ C 13 ਨੂੰ D 14 ਨੂੰ E ਤੇ 15 ਨੂੰ ਕੀ ਲਿਖਦਾ ਇਹ F ਲਿਖਦਾ ਆ ਸਾਰਾ ਉਵੇਂ ਆ ਜੂ 1 2 3 4 5 6 7 8 ਠੀਕ ਆ ਤਾਂ ਹੁਣ ਇਹਦਾ ਯੂਜ਼ ਕਿੱਥੇ ਹੁੰਦਾ ਆਪਾਂ ਦੇਖਦੇ ਹਾਂ ਕਰਕੇ ਜਿਵੇਂ ਕੋਈ ਵੈਲਿਊ ਦਿੱਤੀ ਆਪਾਂ ਨੂੰ 1 0 1 1 ਤੇ 1 1 0 0 ਠੀਕ ਹੈ ਇਹ ਬਾਈਨਰੀ ਵੈਲਿਊ ਹੈ ਇਹਨੂੰ ਆਪਾਂ ਕਾਹਦੇ ਚ ਕਨਵਰਟ ਕਰਨਾ ਹੈਕਸਾ ਦੇ ਵਿੱਚ ਪਤਾ ਆਪਾਂ ਨੂੰ 4 4 ਦੇ ਪੇਅਰ ਕਰਦੇ ਆ ਕਿਹੜੀ ਸਾਈਡ ਤੋਂ ਸਟਾਰਟ ਕਰਕੇ ਰਾਈਟ ਹੈਂਡ ਸਾਈਡ ਤੋਂ ਸਟਾਰਟ ਕਰਕੇ ਰਾਈਟ ਹੈਂਡ ਸਾਈਡ ਤੋਂ ਆਪਾਂ ਸਟਾਰਟ ਕਰਕੇ ਦੇਖਦੇ ਆ ਇਹ 4 ਦਾ ਪਹਿਲਾ ਪੇਅਰ ਹੋ ਗਿਆ ਇਹ 4 ਦਾ ਦੂਸਰਾ ਪੇਅਰ ਹੋ ਗਿਆ ਤੇ ਇੱਥੋਂ ਆਪਾਂ ਸਟਾਰਟ ਕਰਾਂਗੇ 1 2 4 8 ਨੈਕਸਟ 1 2 4 8 ਸੋ ਇਹ ਕਿੰਨਾ ਬਣ ਗਿਆ 8 ਤੇ 4 12 ਕਿਉਂਕਿ ਆ ਕ੍ਰਾਸ ਹੋ ਗਏ ਕੈਨਸਲ ਹੋ ਗਿਆ 8 ਤੇ 4 12 12 ਬਣ ਗਿਆ ਨੈਕਸਟ ਕਿੰਨਾ ਬਣ ਗਿਆ ਇਹ ਕੈਨਸਲ ਹੋ ਗਿਆ 8 ਤੇ 2 10 ਤੇ 1 11 ਠੀਕ ਹੈ 11 ਤੇ 12 ਬਣ ਗਿਆ ਹੁਣ 11 ਨੂੰ ਆਪਾਂ ਐਜ਼ ਇਟ ਇਜ਼ ਸਿੱਧਾ ਨਹੀਂ ਲਿਖ ਸਕਦੇ ਠੀਕ ਹੈ 11 ਆਪਣੇ ਕੋਲੇ ਵੈਲਿਊ ਬਣੂਗੀ 11 ਦੇ ਇਕੁਇਵਲੈਂਟ ਇਹ ਡੈਸੀਮਲ ਬਣਿਆ 11 ਦੇ ਇਕੁਇਵਲੈਂਟ ਕਿੰਨਾ ਹੈ B ਹੈ ਠੀਕ ਹੈ ਤੇ 12 ਦੇ ਇਕੁਇਵਲੈਂਟ ਕਿੰਨਾ C ਹੈ ਵੈਸੇ ਤਾਂ ਹੋਰ ਹੀ ਕੁਝ ਬਣ ਗਿਆ ਹੈਨਾ ਤਾਂ 11 ਇਹ BC ਬਣ ਗਿਆ ਆਪਣੇ ਕੋਲੇ ਠੀਕ ਹੈ ਤਾਂ ਇਹ ਬਣ ਗਿਆ ਹੈਕਸਾਡੈਸੀਮਲ ਦੇ ਵਿੱਚ ਇਹਨੂੰ ਆਪਾਂ 16 ਲਿਖ ਦਿਆਂਗੇ ਕਲੀਅਰ ਹੋਈ ਗੱਲ ਤਾਂ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਹੈ ਬਾਈਨਰੀ ਟੂ ਹੈਕਸਾਡੈਸੀਮਲ ਆਪਾਂ ਕਨਵਰਜਨ ਕਰ ਸਕਦੇ ਹਾਂ ਤੇ ਜੇ ਹੈਕਸਾ ਦਿੱਤਾ ਹੋਵੇ ਆਪਾਂ ਨੂੰ ਆਪਾਂ ਵੈਸੇ ਹੀ ਲੈ ਲੈਣੇ ਆ 2A ਇਹਨੂੰ ਆਪਾਂ ਬਾਈਨਰੀ ਚ ਕਨਵਰਟ ਕਰਨਾ ਤਾਂ 2 ਨੂੰ ਅਲੱਗ ਲੈਵਾਂਗੇ A ਨੂੰ ਅਲੱਗ ਲੈਵਾਂਗੇ A ਦੇ ਇਕੁਇਵਲੈਂਟ ਕਿੰਨਾ ਹੁੰਦਾ ਹੈ ਆ ਦੇਖੋ A ਦੇ ਇਕੁਇਵਲੈਂਟ 10 ਵੈਲਿਊ ਹੁੰਦੀ ਹੈ 2 ਨੂੰ ਆਪਾਂ ਹੀ ਰੱਖ ਲਿਆ ਇੱਥੇ ਫਿਰ 8421 ਇੱਥੇ 4 ਅੱਖਰਾਂ ਦਾ ਲੱਗੂਗਾ ਕਿਉਂ ਕਿਉਂਕਿ ਇਹਦੇ ਵਿੱਚ ਪੇਅਰ ਹੀ 4 4 ਦੇ ਬਣਦੇ ਨੇ 8421 10 ਤੇ ਵੀ 8421 10 ਕਿਵੇਂ ਹੁੰਦਾ 1 8 ਤੇ 2 10 ਹੁੰਦਾ ਨਾ 1010 2 ਕਿਵੇਂ ਬਣੂਗਾ 0010 ਸੋ ਇਹ ਉਹਦੇ ਇਕੁਇਵਲੈਂਟ ਕੀ ਬਣ ਗਿਆ ਹੈਕਸਾ ਦੇ ਇਕੁਇਵਲੈਂਟ ਬਾਈਨਰੀ ਆਪਣਾ ਨੰਬਰ ਬਣ ਗਿਆ ਕਲੀਅਰ ਹੋਈ ਗੱਲ ਸੋ ਇਹ ਤਾਂ ਸੀਗਾ ਆਪਾਂ ਪਹਿਲਾਂ ਦੇਖਿਆ ਬਾਈਨਰੀ ਟੂ ਡੈਸੀਮਲ ਐਂਡ ਡੈਸੀਮਲ ਟੂ ਬਾਈਨਰੀ ਬਾਈਨਰੀ ਟੂ ਆਕਟਲ ਐਂਡ ਆਕਟਲ ਟੂ ਬਾਈਨਰੀ ਅਗਲਾ ਸੀਗਾ ਬਾਈਨਰੀ ਟੂ ਹੈਕਸਾ ਐਂਡ ਹੈਕਸਾ ਟੂ ਬਾਈਨਰੀ ਹੁਣ ਆਪਾਂ ਕਨਵਰਜਨ ਕਰਦੇ ਆ ਇੱਕ ਦੂਜੇ ਦੇ ਵਿੱਚੋਂ
ਸਪੋਜ਼ ਕਰੋ ਆਪਾਂ ਨੂੰ ਆਕਟਲ ਨੰਬਰ ਦਿੱਤਾ ਹੋਇਆ ਕੋਈ 2 3 ਆਕਟਲ ਦਿੱਤਾ ਹੋਇਆ, ਇਹਨੂੰ ਆਪਾਂ ਕਨਵਰਟ ਕਰਨਾ ਬਾਈਨਰੀ ਦੇ ਵਿੱਚ। ਸਵਾਲ ਦੇਖ ਲਈਏ ਆਪਾਂ ਕਿਵੇਂ ਪੁੱਛਿਆ ਹੋਇਆ, ਇੱਕ ਵਾਰੀ ਸਵਾਲ ਤੋਂ ਆਪਾਂ ਨੂੰ ਆਈਡੀਆ ਹੋ ਜਾਊਗਾ। ਹਾਂ, ਹੈਕਸਾਡੈਸੀਮਲ ਨੂੰ ਬਾਈਨਰੀ ਚ ਕਨਵਰਟ ਕਰਨਾ ਸੌਖਾ, ਚਲੋ ਰਹਿਣ ਦਿੰਦੇ ਆਪਾਂ 1 2 ਨਜ਼ਰ ਆਪਾਂ ਰਹਿਣ ਦਿੰਦੇ ਆ, ਲੋਡ ਨਹੀਂ ਹੈ ਜ਼ਿਆਦਾ, ਵੀਡੀਓ ਲੰਬੀ ਹੋ ਜਾਊਗੀ ਫਿਰ ਤੁਹਾਨੂੰ ਲੱਗੂਗਾ। ਹੈਕਸਾ ਨੰਬਰ ਹੈਗਾ ਨਾ 5A ਆਪਾਂ ਹੁਣੀ ਕਰਕੇ ਆਏ ਆ। 5A ਇੱਕ ਹੈਕਸਾਡੈਸੀਮਲ ਹੈ 16 ਬੇਸ, ਤਾਂ 5 ਨੂੰ ਅਲੱਗ ਤੋਂ ਲੈ ਲਾਂਗੇ, A ਨੂੰ ਅਲੱਗ ਤੋਂ ਲੈ ਲਾਂਗੇ। A ਕਿੰਨਾ ਹੁੰਦਾ 10, 5 ਨੂੰ ਇੱਕ ਵਾਰੀ ਐਜ਼ ਇਟ ਇਜ਼ ਲਿਖ ਲੈਂਦੇ ਆ ਹਨਾ। ਤਾਂ ਇਹ ਹੈਗਾ 5 ਨੂੰ ਆਪਾਂ ਲਿਖਾਂਗੇ 8421, ਸਿਮਿਲਰਲੀ 10 ਦਾ ਵੀ 8421 ਕਰਾਂਗੇ। 5 ਕਿਵੇਂ ਬਣੂਗਾ 0101, ਕਿਉਂਕਿ 4 ਤੇ 1 5 ਹੁੰਦਾ। 10 ਕਿੰਨਾ ਹੁੰਦਾ 8 ਤੇ 2 10, ਬਾਕੀ ਜਗ੍ਹਾ ਤੇ 0 ਲਾ ਲਾਂਗੇ, ਤਾਂ ਇਕੱਠਾ ਕਰਕੇ ਲਿਖ ਲੈਂਦੇ ਆ 0101 ਤੇ 1010। ਠੀਕ ਹੈ, 1010 ਲੱਭ ਲਓ, ਇਹਦੇ ਚ 1010 ਹੈ ਨਹੀਂ, ਪਿੱਛੇ ਇਹਦੇ ਚ 1010 ਹੈਗਾ, ਇਹਦੇ ਚ ਵੀ ਹੈਗਾ, ਆ ਹੈ ਨਹੀਂ, ਤਾਂ ਮੂਹਰੇ ਦੇਖ ਲਓ 010 ਤਾਂ C ਆਂਸਰ ਹੈ। ਠੀਕ ਹੈ, ਇਸ ਤਰੀਕੇ ਦੇ ਨਾਲ ਆਪਾਂ ਸੋਲਵ ਕਰ ਸਕਦੇ ਹਾਂ। ਜੇ ਤੁਹਾਨੂੰ ਨਹੀਂ ਸਮਝ ਆਇਆ ਤਾਂ ਵੀਡੀਓ ਨੂੰ ਪਿੱਛੇ ਕਰਕੇ ਦੇਖ ਲਿਓ, ਬਹੁਤ ਡਿਟੇਲ ਦੇ ਵਿੱਚ ਮੈਂ ਕਰਾਇਆ ਤੇ ਇੰਨੇ ਸੌਖੇ ਤਰੀਕੇ ਨਾਲ ਕਰਾਇਆ, ਮੈਨੂੰ ਲੱਗਦਾ ਨਹੀਂ ਵੀ ਕੋਈ ਬੰਦਾ ਇਸ ਤਰੀਕੇ ਨਾਲ ਕੋਈ ਕਰਾਉਂਦਾ ਹੈ ਨਾ। ਤਾਂ ਤੁਸੀਂ ਇਸੇ ਕਰਕੇ ਹੀ, ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਕਿਉਂਕਿ ਆਪਣਾ ਟਾਰਗੇਟ ਹੈਗਾ ਵੀ 5000 ਸਬਸਕ੍ਰਾਈਬਰ ਤੱਕ ਆਪਾਂ ਪਹੁੰਚਣਾ ਪੰਜਾਬ ਪੁਲਿਸ ਸਬ ਇੰਸਪੈਕਟਰ ਦੇ ਪੇਪਰ ਵਾਸਤੇ। ਉਹਦੀ ਆਪਾਂ ਜੱਜ ਕੇ ਤਿਆਰੀ ਕਰਾਵਾਂਗੇ ਅਗਲੇ ਮਹੀਨੇ ਦੇ ਵਿੱਚ, ਬਹੁਤ ਸਾਰੀਆਂ ਵੀਡੀਓ ਇਸੇ ਮਹੀਨੇ ਦੇ ਵਿੱਚ ਸੌਰੀ ਆਪਾਂ ਬਹੁਤ ਸਾਰੀਆਂ ਵੀਡੀਓ ਲੈ ਕੇ ਆ ਰਹੇ ਹਾਂ। ਤੇ ਥੋੜਾ ਜਿਹਾ ਲੱਗਦਾ ਵੀ ਥੋੜੀ ਰੀਚ ਹੋਵੇ ਤਾਂ ਕੌਨਫੀਡੈਂਸ ਆਉਂਦਾ, ਕੰਮ ਕਰਨ ਦਾ ਵੀ ਵਧੀਆ ਲੱਗਦਾ। ਤੇ ਵੈਸੇ ਤਾਂ ਚਲੋ ਬਥੇਰੇ ਤਰੀਕੇ ਨੇ ਸਬਸਕ੍ਰਾਈਬਰ ਵਧਾਉਣ ਦੇ, ਪਰ ਆਪਾਂ ਜੈਨੂਅਨ ਆਰਗੈਨਿਕ ਸਬਸਕ੍ਰਾਈਬਰ ਹੀ ਜੁੜਨ ਆਪਣੇ ਨਾਲ, ਬੰਦੇ ਮਿਹਨਤ ਕਰਨ ਵਾਲੇ ਬੰਦੇ ਜੁੜਨ, ਉਹੀ ਆਪਾਂ ਨੂੰ ਚਾਹੀਦੇ ਨੇ। ਫਾਲਤੂ ਆਪਾਂ ਕੋਈ ਨੰਬਰ ਪਿੱਛੇ ਤਾਂ ਭੱਜ ਨਹੀਂ ਰਹੇ ਵੀ ਨੰਬਰ ਜ਼ਿਆਦਾ ਹੋਵੇ ਹਨਾ। ਤਾਂ ਜੇ ਬੰਦੇ ਕਮੈਂਟ ਕਰਨ, ਪੁੱਛਣ ਸਵਾਲ, ਤਾਂ ਫਿਰ ਜ਼ਿਆਦਾ ਵਧੀਆ ਲੱਗਦਾ। ਐਂ ਲੱਗਦਾ ਇੱਕ ਟੀਮ ਦੀ ਤਰ੍ਹਾਂ, ਫੈਮਿਲੀ ਦੀ ਤਰ੍ਹਾਂ ਕੰਮ ਕਰਨ ਦਾ ਵੀ ਨਜ਼ਾਰਾ ਆਉਂਦਾ ਜੇ ਸਵਾਲ ਪੁੱਛੇ ਜਾਂਦੇ ਨੇ ਹਨਾ। ਇਸ ਤਰੀਕੇ ਨਾਲ ਆਪਾਂ ਜਿਵੇਂ ਚੱਲ ਰਹੇ ਹਾਂ ਹਜੇ ਵੀ ਠੀਕ ਹੈ, ਚਲੋ ਆਪਾਂ ਨੂੰ ਕੋਈ ਜ਼ਿਆਦਾ ਲੰਬਾ ਸਮਾਂ ਨਹੀਂ ਹੋਇਆ, ਇੱਕ ਰੈਗੂਲਰ ਨਹੀਂ ਰਿਹਾ ਗਾ ਕੰਮ ਸੀ ਥੋੜਾ ਜਿਹਾ, ਚਲੋ ਤੁਹਾਡੀ ਵੀ ਗੱਲ ਠੀਕ ਹੈ, ਤੁਸੀਂ ਕਮੈਂਟ ਕਰਕੇ ਸਪੋਰਟ ਕਰ ਰਹੇ ਹੋ ਤਾਂ ਵਧੀਆ ਲੱਗਦਾ ਚੀਜ਼ਾਂ ਇਹ ਹਨਾ। ਸੋ ਅਗਲਾ ਕੁਐਸਚਨ ਦੇਖਦੇ ਹਾਂ ਆਪਾਂ, ਵਿਚ ਆਫ ਦੀ ਫੋਲੋਇੰਗ ਇਜ਼ ਫਾਸਟੈਸਟ ਮੈਮਰੀ। ਇਹ ਮੈਂ ਪਿਛਲੇ ਪਾਰਟ ਦੇ ਵਿੱਚ ਵੀ ਤੁਹਾਨੂੰ ਮੈਮਰੀ ਹਾਇਰਾਰਕੀ ਕਰਾ ਚੁੱਕਿਆ ਚੰਗੇ ਤਰੀਕੇ ਦੇ ਨਾਲ। ਕਿਹੜੀਆਂ ਜੋ ਪੁੱਛਿਆ, ਸੈਕੰਡਰੀ ਮੈਮਰੀ, ਆਕਸਿਲਰੀ ਮੈਮਰੀ, ਕੈਸ਼ੇ ਮੈਮਰੀ ਤੇ ਵਰਚੁਅਲ। ਕੈਸ਼ੇ ਨੂੰ ਹੀ ਸੈਕੰਡਰੀ ਮੈਮਰੀ ਨੂੰ ਹੀ ਆਕਸਿਲਰੀ ਮੈਮਰੀ ਕਿਹਾ ਜਾਂਦਾ। ਵਰਚੁਅਲ ਮੈਮਰੀ ਹੁੰਦੀ ਹੈ ਜਿਹੜੀ ਬਿਹੇਵ ਲਾਈਕ ਰੈਮ ਕਰਦੀ ਹੈ, ਵੀ ਰੈਮ ਦੀ ਤਰ੍ਹਾਂ ਹੁੰਦੀ ਹੈ, ਬਟ ਉਹ ਹੁੰਦੀ ਹਾਰਡ ਡਿਸਕ ਦੇ ਵਿੱਚ ਹੈ। ਤਾਂ ਇਹ ਤਿੰਨੋਂ ਹੀ ਆਪਸ਼ਨਾਂ ਕੈਂਸਲ ਹੋ ਜਾਣਗੀਆਂ, ਤਾਂ C ਆਂਸਰ ਹੈ, ਕਿਉਂਕਿ ਕੈਸ਼ੇ ਦੂਜੇ ਨੰਬਰ ਤੇ ਹੈ। ਕੈਸ਼ੇ ਤੋਂ ਵੀ ਫਾਸਟੈਸਟ ਕਿਹੜਾ ਰਜਿਸਟਰ ਹੈ, ਫਿਰ ਇਹਦਾ ਕਿਹੜਾ ਆਂਸਰ ਹੈ, C ਆਂਸਰ ਹੈ। ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗੇ ਕਿਉਂਕਿ ਆਪਾਂ ਆਲਰੇਡੀ ਚੈਪਟਰ ਵਾਈਜ਼ ਦੇ ਵਿੱਚ ਗੱਲਾਂ ਡਿਸਕਸ ਕਰ ਚੁੱਕੇ ਹਾਂ। ਅਗਲਾ ਸਵਾਲ ਹੈ, ਕੰਪਿਊਟਰ ਵਾਇਰਸ ਇਜ਼ ਏ, ਕੀ ਕਹਿੰਦਾ ਕੰਪਿਊਟਰ ਵਾਇਰਸ ਕੀ ਹੈ? ਸੌਫਟਵੇਅਰ ਦੈਟ ਸੇਵਸ ਦੀ ਕੰਪਿਊਟਰ ਫਰੋਮ ਬੀਇੰਗ ਡੈਮੇਜ। ਨਹੀਂ, ਸੌਫਟਵੇਅਰ ਸੇਵ ਥੋੜੀ ਕਰਦਾ ਇਹ। ਕੰਪਿਊਟਰ ਵਾਇਰਸ ਤਾਂ ਇੱਕ ਅਨਵਾਂਟਡ ਪ੍ਰੋਗਰਾਮ ਹੈ ਜਿਹੜਾ ਨੁਕਸਾਨ ਕਰਦਾ ਕੰਪਿਊਟਰ ਦੇ ਵਿੱਚ। ਐਪਲੀਕੇਸ਼ਨ ਸੌਫਟਵੇਅਰ ਦੈਟ ਹੈਲਪਸ ਟੂ ਮੇਕ ਡਿਫਰੈਂਟ ਟਾਈਪਸ ਆਫ ਵਾਇਰਸ ਐਂਡ ਵਰਮ। ਨਹੀਂ, ਕਹਿੰਦਾ ਇੱਕ ਉਵੇਂ ਦਾ ਸੌਫਟਵੇਅਰ ਹੈ ਜਿਹੜਾ ਤੁਹਾਨੂੰ ਵਾਇਰਸ ਤੇ ਵਰਮ ਨੂੰ ਕ੍ਰੀਏਟ ਕਰਨ ਦੇ ਲਈ ਜਾਂ ਮੇਕ ਕਰਨ ਲਈ ਵਰਤਿਆ ਨਹੀਂ ਹੈਗਾ। ਪ੍ਰੋਗਰਾਮ ਦੈਟ ਕਰੈਕਟ ਦੀ ਪ੍ਰੋਬਲਮ ਇਨ ਯੂਰ ਕੰਪਿਊਟਰ। ਨਹੀਂ, ਇਹ ਵੀ ਨਹੀਂ ਹੈਗਾ। C ਹੈਗਾ ਪ੍ਰੋਗਰਾਮ ਦੈਟ ਸਪਰੈਡ ਇਟਸੈਲਫ ਐਂਡ ਡਿਸਟਰੋਏ ਦੀ ਅਦਰ ਪ੍ਰੋਗਰਾਮ। ਹਾਂ, ਐਗਜ਼ੀਕਿਊਟ ਇਟਸੈਲਫ, ਕਾਪੀ ਇਟਸੈਲਫ ਤੇ ਰੈਪਲੀਕੇਟ ਇਟਸੈਲਫ ਕਹਿ ਸਕਦੇ ਹਾਂ, ਤੇ ਦੂਜੇ ਪ੍ਰੋਗਰਾਮ ਨੂੰ ਡਿਸਟਰੋਏ ਵੀ ਕਰ ਦਿੰਦਾ, ਡਿਲੀਟ ਕਰਦਾ ਤੇ ਡੈਮੇਜ ਕਰਦਾ। ਸੋ ਫਿਰ ਇਹਦਾ ਆਨਸਰ C ਆ ਆਪਣੇ ਕੋਲ। ਕਲੀਅਰ ਹੋਈ ਗੱਲ। ਅਗਲਾ, Adobe developer which allows document to be transmitted and stored without loss of formatting। ਜਿਹਨੂੰ ਆਪਾਂ ਵਰਡ ਦੇ ਵਿੱਚ ਫਾਈਲ ਇੱਕ ਦੂਜੇ ਨੂੰ ਭੇਜਦੇ ਹਾਂ, ਮੰਨ ਲਓ ਆਪਾਂ ਪੈਨ ਡਰਾਈਵ ਦੇ ਵਿੱਚ ਪਾ ਕੇ ਲੈ ਗਏ, ਕੈਫੇ ਵਾਲੇ ਕੋਲੇ ਆਪਾਂ ਪ੍ਰਿੰਟ ਕਰਾਉਣਾ ਹੋਵੇ, ਉੱਥੇ ਨਾ ਉਹਦਾ ਫਾਰਮੈਟ ਹਿੱਲ ਜਾਂਦਾ। ਕਿਉਂ ਹਿੱਲ ਜਾਂਦਾ? ਕਿਉਂਕਿ ਵਰਡ ਤੁਹਾਨੂੰ ਕੋਈ ਵੀ ਐਵੇਂ ਦੀ ਟਰਾਂਸਪੋਰਟ ਦੀ ਫੈਸਿਲਿਟੀ ਪ੍ਰੋਵਾਈਡ ਕਰਦਾ ਹੀ ਨਹੀਂ। ਜੇ ਤੁਹਾਡੇ ਕੋਲੇ 2007 ਹੈ, ਉਹਦੇ ਕੋਲ 2016 ਹੈ, ਤਾਂ ਫਾਰਮੈਟ ਚੇਂਜ ਹੋਊਗਾ, ਤੁਸੀਂ ਦੇਖਿਆ ਹੋਣਾ। ਡੀਫਰੈਗਮੈਂਟੇਸ਼ਨ ਵੀ ਨਹੀਂ ਹੈ, ਫਿਲਟਰਿੰਗ ਵੀ ਨਹੀਂ ਹੈ, ਅਸੈਂਬਲਰ ਡਾਕੂਮੈਂਟ ਫਾਰਮੈਟ ਵੀ ਨਹੀਂ ਹੈ। ਜੇ ਤੁਹਾਡੇ ਨਾਲ ਇਹ ਵਾਲੀ ਪ੍ਰੋਬਲਮ ਆਈ ਹੋ ਤਾਂ ਤੁਹਾਨੂੰ ਬੰਦੇ ਕੀ ਕਹਿੰਦੇ ਨੇ, ਵੀ ਯਾਰ PDF ਦੇ ਵਿੱਚ ਪਾ ਕੇ ਲੈ ਜਾਓ, ਉਹਦੇ ਨਾਲ ਫਾਰਮੈਟ ਨਹੀਂ ਹੱਲਦਾ। ਤਾਂ ਫਿਰ ਇਹਦਾ PDF ਦੀ ਫੁੱਲ ਫਾਰਮ ਹੁੰਦੀ ਹੈ ਪੋਰਟੇਬਲ ਡਾਕੂਮੈਂਟ ਫਾਰਮੈਟ। ਫਿਰ ਇਹਦਾ D ਆਂਸਰ ਹੈ। ਅਗਲਾ ਸਵਾਲ, WiMAX ਦੀ ਐਬਰੀਵੇਸ਼ਨ ਪੁੱਛ ਰਿਹਾ। WiMAX ਹੁੰਦਾ ਵਰਲਡ ਵਾਈਡ ਇੰਟਰਪ੍ਰੀਟੇਬਿਲਿਟੀ ਫॉर ਮਾਈਕ੍ਰੋਵੇਵ ਐਕਸੈਸ। ਇਹਦੇ ਲਈ ਤੁਸੀਂ ਐਬਰੀਵੇਸ਼ਨ ਮੈਰਾਥਨ ਮੈਂ ਕਰਾਈ ਹੋਈ ਹੈ, ਜਿਹਦੇ ਵਿੱਚ ਸਾਰੀਆਂ ਆਪਾਂ ਸਾਰੀਆਂ ਐਬਰੀਵੇਸ਼ਨ ਡਿਸਕਸ ਕੀਤੀਆਂ ਨੇ। ਉਹ ਤੁਸੀਂ ਚੈਨਲ ਤੇ ਜਾ ਕੇ ਮੈਰਾਥਨ ਵਾਲੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ, ਜਰੂਰ ਦੇਖੋ ਜਾ ਕੇ। ਅਗਲਾ ਸਵਾਲ,
इन HTTP ਦੀ ਲੈਟਰ S ਸਟੈਂਡਸ ਹੋ ਆਪਾਂ ਨੂੰ ਪਤਾ ਹੀ ਆਪਾਂ ਚੰਗੀ ਤਰ੍ਹਾਂ ਕਰ ਚੁੱਕੇ ਹਾਂ ਸਾਰੀਆਂ ਐਬਰੀਵੇਸ਼ਨ S ਹੁੰਦਾ ਹੈ ਸਿਕਿਉਰ ਉਹਦਾ B ਆਨਸਰ ਹੈ। ਅਗਲਾ सवाल this type of software is designed for users who wants to customize the program they use। कुछ सॉफ्टवेयर ਐਵੇਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਕਸਟਮਾਈਜ਼ ਕਰ ਸਕਦੇ ਹੋ। ਕਸਟਮਾਈਜ਼ ਦਾ ਮਤਲਬ ਆਪਦੇ ਹਿਸਾਬ ਨਾਲ ਐਡਿਟ ਕਰਕੇ ਉਹਦੀਆਂ ਸੈਟਿੰਗਸ ਚੇਂਜ ਕਰ ਸਕਦੇ ਹੋ। ਕਿਹੜੇ ਹੁੰਦੇ ਨੇ? ਓਪਨ ਸੋਰਸ ਹੁੰਦੇ ਨੇ। ਆਪਾਂ ਬਹੁਤ ਵਾਰੀ ਡਿਸਕਸ ਕੀਤਾ ਹੈ ਕਿ ਓਪਨ ਸੋਰਸ ਇੱਕ ਐਵੇਂ ਦਾ ਸੌਫਟਵੇਅਰ ਹੈ ਜਿਹੜਾ ਕਿ ਸਾਨੂੰ ਸੋਰਸ ਕੋਡ ਵੀ ਦਿੰਦਾ ਤੇ ਉਸ ਦਾ ਐਗਜ਼ੀਕਿਊਟੇਬਲ ਕੋਡ ਬਾਈਨਰੀ ਕੋਡ ਵੀ ਦਿੰਦਾ। ਇਹ ਮੈਂ ਚੈਪਟਰਾਈਜੇਸ਼ਨ ਦੇ ਵਿੱਚ ਬਹੁਤ ਡਿਟੇਲ ਚ ਕਰਾਈ ਹੋਈ ਹੈ ਗੱਲ, ਤਾਂ ਹੁਣ ਆਪਾਂ ਜ਼ਿਆਦਾ ਡਿਟੇਲ ਚ ਨਹੀਂ ਜਾਵਾਂਗੇ। ਤੇ C ਆਨਸਰ ਹੈ ਇਹਦਾ। ਮੈਂ ਥਿਊਰੀ ਦਿੱਤੀ ਹੋਈ ਆ ਵੀ ਓਪਨ ਸੋਰਸ ਕਿਹੜੇ ਹੁੰਦੇ ਨੇ, ਕਿਹੜੇ ਕਿਹੜੇ ਇਹਦੀਆਂ ਐਗਜ਼ਾਮਪਲਸ ਨੇ, ਕਿਹੜੇ ਕਿਹੜੇ ਆਪਰੇਟਿੰਗ ਸਿਸਟਮ ਓਪਨ ਸੋਰਸ ਨੇ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਲਿਸਟ ਤੁਸੀਂ ਦੇਖ ਸਕਦੇ ਹੋ। ਨਹੀਂ ਤਾਂ ਜਿਹੜਾ ਲੈਵਲ 2 ਆਪਾਂ ਡਿਸਕਸ ਕੀਤਾ ਚੌਥੇ ਆਪਰੇਟਿੰਗ ਸਿਸਟਮ ਦਾ, ਉਸ ਵੀਡੀਓ ਦੇ ਵਿੱਚ ਵੀ ਜਾ ਕੇ ਤੁਸੀਂ ਇਹ ਸਾਰੀ ਡਿਟੇਲ ਦੇਖ ਸਕਦੇ ਹੋ। ਸੋ ਫ੍ਰੀਵੇਅਰ ਤੇ ਸ਼ੇਅਰਵੇਅਰ ਕੀ ਹੁੰਦੇ ਨੇ ਮੈਂ ਉੱਥੇ ਨਹੀਂ ਕਰਾਏ ਦੱਸ ਦੇਣਾ। ਫ੍ਰੀਵੇਅਰ ਉਹ ਵਾਲੇ ਸੌਫਟਵੇਅਰ ਹੁੰਦੇ ਨੇ ਜਿਹੜੇ ਫ੍ਰੀ ਆਫ ਕਾਸਟ ਹੁੰਦੇ ਨੇ, ਪੈਸੇ ਨਹੀਂ ਲੈਂਦਾ, ਬਟ ਉਹ ਸਾਨੂੰ ਕਸਟਮਾਈਜੇਸ਼ਨ ਦੀ ਕੋਈ ਵੀ ਫੈਸਿਲਿਟੀ ਪ੍ਰੋਵਾਈਡ ਨਹੀਂ ਕਰਦੇ। ਤੁਸੀਂ ਕਸਟਮਾਈਜ਼ ਨਹੀਂ ਕਰ ਸਕਦੇ, ਤੁਸੀਂ ਮੋਡੀਫਾਈ ਨਹੀਂ ਕਰ ਸਕਦੇ, ਬਸ ਤੁਹਾਨੂੰ ਪੈਸੇ ਨਹੀਂ ਲੱਗਦੇ। ਠੀਕ ਹੈ। ਜਾਂ ਜਿਵੇਂ ਰੈਸਟੋਰੈਂਟ ਤੇ ਜਾਈਏ ਕਿ ਉਹ ਆਪਾਂ ਨੂੰ ਖਾਣਾ ਫ੍ਰੀ ਦੇ ਰਹੇ ਨੇ ਪਰ ਉਹ ਰੈਸਪੀ ਨਹੀਂ ਦੇ ਰਹੇ। ਤੇ ਸ਼ੇਅਰਵੇਅਰ ਕਿਹੜੇ ਹੁੰਦੇ ਨੇ? ਜਿਹੜੇ ਟ੍ਰਾਇਲ ਬੇਸਿਸ ਤੇ ਹੁੰਦੇ ਨੇ, ਥੋੜੇ ਸਮੇਂ ਲਈ 30-20 ਦਿਨਾਂ ਦੇ ਲਈ ਆਪਾਂ ਨੂੰ ਟ੍ਰਾਇਲ ਬੇਸਿਸ ਤੇ ਦੇ ਦਿੰਦੇ ਨੇ। ਉਹ ਵੀ ਸਾਨੂੰ ਲਾਇਸੈਂਸ ਨਹੀਂ ਦਿੰਦੇ, ਕਸਟਮਾਈਜ਼ ਤੁਸੀਂ ਨਹੀਂ ਕਰ ਸਕਦੇ। ਸ਼ੇਅਰਵੇਅਰ ਹੁੰਦੇ ਨੇ। ਠੀਕ ਹੈ। ਅੱਗੇ ਸ਼ੇਅਰਵੇਅਰ ਦੀਆਂ ਅੱਗੇ ਟਾਈਪ ਹੁੰਦੀਆਂ ਨੇ, ਇਹ ਥੋੜੇ ਬਹੁਤ ਦੇਖ ਲਿਓ ਵੀ ਕ੍ਰਿਪਲਵੇਅਰ ਕੀ ਹੁੰਦੇ ਆ, ਟ੍ਰਾਇਲਵੇਅਰ ਕੀ ਹੁੰਦੇ ਆ, ਐਡਵੇਅਰ, ਡੋਨੇਸ਼ਨਵੇਅਰ, ਨੈਗਵੇਅਰ, ਫ੍ਰੀਮੀਅਮ ਕਿਹੜੇ ਹੁੰਦੇ ਨੇ। ਠੀਕ ਹੈ। ਇਹ ਥੋੜਾ ਬਹੁਤ ਪੜ੍ਹਨਾ ਹੋਇਆ ਪੜ੍ਹ ਲਿਓ। ਸੋ ਅਗਲਾ ਸਵਾਲ ਹੈ ਇਹ ਸਿਮ ਇਨ ਏ ਮੋਬਾਈਲ ਫੋਨ ਸਟੈਂਡ ਫੋਰ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਐਬਰੀਵੇਸ਼ਨ ਪੁੱਛੀ ਜਾ ਸਕਦੀ ਹੈ। ਸਬਸਕ੍ਰਾਈਬਰ ਆਇਡੈਂਟੀਟੀ ਮੋਡਿਊਲ, ਤਾਂ B ਆਨਸਰ ਹੈ ਇਹਦਾ ਸਬਸਕ੍ਰਾਈਬਰ ਆਇਡੈਂਟੀਟੀ ਮੋਡਿਊਲ। ਇੱਕ SMS ਵੀ ਬਹੁਤ ਪੁੱਛਦਾ ਇਹਦੀ ਨਾਲ, ਸ਼ਾਰਟ ਮੈਸੇਜਿੰਗ ਸਰਵਿਸਿਜ਼। ਠੀਕ ਹੈ। ਇਹ ਪੁੱਛਿਆ ਜਾ ਸਕਦਾ ਆਪਾਂ ਨੂੰ, ਨਾਲ ਲੱਗਦੀ ਹੈ, ਯਾਦ ਰੱਖਿਓ। ਅਗਲਾ ਸਵਾਲ ਆ ਇਹ, ਵੈਸੇ ਜੇ ਆਪਾਂ ਦੇਖੀਏ 2016 ਦੇ ਵਿੱਚ ਚਾਹੇ ਪ੍ਰੀ ਦੇ ਕੁਐਸਚਨ ਚੱਕ ਲਓ, ਚਾਹੇ ਤੁਸੀਂ ਮੇਨ ਦੇ ਕੁਐਸਚਨ ਚੱਕ ਲਓ, ਮੇਨ ਦੇ ਵਿੱਚ ਤਾਂ ਬਹੁਤ ਸਾਰੇ ਕੁਐਸਚਨ ਉਹਨੇ ਕੰਪਿਊਟਰ ਸਾਇੰਸ ਦੇ ਪਾਏ ਸੀ ਜਿਹੜੇ ਕਿ ਬੇਸਿਕ ਕੁਐਸਚਨ ਨਹੀਂ ਸੀਗੇ। ਪਤਾ ਨਹੀਂ ਉਹਨੇ ਕਿਵੇਂ ਪਾਏ ਸੀਗੇ, ਉਸ ਸਮੇਂ ਦਾ ਕੀ ਉਹਨਾਂ ਦਾ ਪਾਉਣ ਦਾ ਮੋਟਿਵ ਸੀ, ਪਰ ਉਹ ਕੁਐਸਚਨ ਨਹੀਂ ਆਉਂਦੇ ਆਪਾਂ ਨੂੰ। ਜਿਵੇਂ ਸਟੈਕ ਦੇ ਕੁਐਸਚਨ ਪਾਏ ਹੈ, ADO.NET ਦੇ ਪਾਏ, ਉਹ ਸਾਰੇ ਤੁਸੀਂ ਮੈਨੂੰ ਲੱਗਦਾ ਵੀ ਛੱਡ ਦਿਓ। ਆ ਵੀ ਇੱਕ ਤਾਂ ਵੈਸੇ ਲੈਂਗੁਏਜ ਦਾ ਕੁਐਸਚਨ ਸੀ, ਮੈਨੂੰ ਲੱਗਿਆ ਮੈਂ ਕਰਾ ਦਿੰਦਾ, ਮੈਂ ਕਰਵਾ ਦੂਜੇ ਵੀ ਦਿੰਦਾ, ਪਰ ਮੈਨੂੰ ਲੱਗਿਆ ਵੀ ਸਮਾਂ ਥੋੜਾ ਆਪਾਂ ਕਿਉਂ ਉਲਝਣਾ ਉਹਨੂੰ, ਜੇ ਹੁਣ ਆਉਂਦੇ ਨਹੀਂ, ਕਿਉਂਕਿ 17, 18, 19, 20, 21, 22 ਦੇ ਵਿੱਚ ਸਵਾਲ ਉਹ ਨਹੀਂ ਪੁੱਛੇ ਗਏ, ਤਾਂ ਆਪਾਂ ਉਹ ਨਹੀਂ ਕਰਾਂਗੇ। ਤਾਂ ਇਹ ਲੂਪ ਹੁੰਦੀ ਹੈ ਆਪਣੇ ਕੋਲੇ। ਤਾਂ ਲੂਪ ਦੇ ਵਿੱਚ 3 ਚੀਜ਼ਾਂ ਹੁੰਦੀਆਂ ਨੇ। ਇਹ ਹੁੰਦਾ ਇਨਕਰੀਮੈਂਟ, ਤਾਂ ਸੈਕੰਡ ਪਾਰਟ ਦੇ ਵਿੱਚ ਹੁੰਦੀ ਹੈ ਕੰਡੀਸ਼ਨ, ਤਾਂ ਫਸਟ ਪਾਰਟ ਹੁੰਦਾ ਇਨੀਸ਼ੀਅਲਾਈਜੇਸ਼ਨ। C ਦਾ ਪ੍ਰੋਗਰਾਮ ਚੱਲਦਾ ਕੀ ਇਹਦੇ ਵਿੱਚ ਆਪਾਂ ਨੂੰ ਚੱਲਦਾ, ਪਹਿਲੇ ਪਾਰਟ ਦੇ ਵਿੱਚ ਆਪਾਂ ਇਨੀਸ਼ੀਅਲਾਈਜੇਸ਼ਨ ਕਰਦੇ ਹਾਂ, ਕੋਈ ਵੀ ਵੈਲਿਊ ਨੂੰ ਆਪਾਂ ਇਨੀਸ਼ੀਅਲ ਵੈਲਿਊ ਦੇ ਦਿੰਦੇ ਹਾਂ, ਚਾਹੇ ਆਪਾਂ ਉੱਥੇ 0 ਦੇ ਦਈਏ, 1 ਦੇ ਦਈਏ, 2 ਦੇ ਦਈਏ, ਆਪਾਂ ਜਿੱਥੋਂ ਵੀ ਵੈਲਿਊ ਨੂੰ ਆਪਾਂ ਸਟਾਰਟ ਕਰਨਾ ਉਸ ਵਾਲੇ ਪਾਰਟ ਨੂੰ ਆਪਾਂ ਬੋਲ ਦਿੰਦੇ ਹਾਂ ਇਨੀਸ਼ੀਅਲਾਈਜੇਸ਼ਨ। ਦੂਸਰਾ ਪਾਰਟ ਹੁੰਦਾ ਜਿੱਥੇ ਕੰਡੀਸ਼ਨ ਦਿੰਦੇ ਹਾਂ ਆਪਾਂ, ਵੀ ਉਹ ਕੰਡੀਸ਼ਨ ਚੈੱਕ ਕਰਦਾ ਵੀ ਉਹ ਲੂਪ ਕਿੱਥੋਂ ਤੱਕ ਚੱਲੇ। ਤੇ ਜਿਹੜਾ ਲਾਸਟ ਪਾਰਟ ਹੁੰਦਾ ਇਹ ਹੁੰਦਾ ਇਨਕਰੀਮੈਂਟ ਆਪਾਂ ਇੱਥੇ 1 ਦਾ ਵੀ ਇਨਕਰੀਮੈਂਟ ਕਰ ਸਕਦੇ ਹਾਂ, 2 ਦਾ ਕਰ ਸਕਦੇ ਹਾਂ, 3, 5 ਜਿੰਨਾ ਵੀ ਆਪਾਂ ਚਾਹੀਏ, ਹੈ ਨਾ। ਸੋ ਇਹਦੇ ਹਿਸਾਬ ਦੇ ਨਾਲ ਇਨੀਸ਼ੀਅਲ ਵੈਲਿਊ ਕਿੰਨੀ ਦੇ ਰਿਹਾ, ਉਹ 0 ਦੇ ਰਿਹਾ, ਤੇ ਕੰਡੀਸ਼ਨ ਦੇ ਵਿੱਚ ਵੀ ਉਹ 3 ਵੈਲਿਊ ਦੇ ਰਿਹਾ। ਠੀਕ ਹੈ। ਇਹ ਹੁੰਦੀ ਹੈ ਅਸਾਈਨਮੈਂਟ। 2 ਚੀਜ਼ਾਂ ਹੁੰਦੀਆਂ ਨੇ, ਜੇ ਮੈਂ ਲਿਖਦਾ x = 3 ਤਾਂ ਇਹਨੂੰ ਆਪਾਂ ਬੋਲਾਂਗੇ ਅਸਾਈਨਮੈਂਟ। ਵੈਸੇ ਤੁਹਾਨੂੰ ਲੱਗ ਰਿਹਾ ਹੋਣਾ ਵੀ ਇਹ ਮੇਨ ਪ੍ਰੋਗਰਾਮਿੰਗ ਦਾ ਪਾਰਟ ਹੈ, ਚਲੋ ਆਪਾਂ ਫਿਰ ਵੀ ਦੇਖ ਲੈਂਦੇ ਹਾਂ। ਜੇ ਆਪਾਂ ਦੇ ਦੇ x = 3 ਫਿਰ ਇਹ ਅਸਾਈਨਮੈਂਟ ਨਹੀਂ ਹੈ, ਫਿਰ ਇਹ ਕੰਡੀਸ਼ਨ ਚੈਕਿੰਗ ਹੈ ਵੀ ਜਦੋਂ ਹੀ x = 3 ਹੋਵੇ ਉਦੋਂ ਬਾਅਦ ਉਹ ਨਹੀਂ ਚੱਲੂਗਾ। ਠੀਕ ਹੈ। ਤਾਂ ਹੁਣ ਕੀ ਹੋ ਰਿਹਾ, ਇਹ ਇਨਕਰੀਮੈਂਟ ਹੋ ਰਿਹਾ। ਤਾਂ ਆਪਾਂ ਦੇਖਦੇ ਹਾਂ ਪਹਿਲਾਂ ਕੀ ਹੋਇਆ, x ਦੀ ਵੈਲਿਊ 0 ਹੋਈ, ਪਹਿਲਾਂ ਇੱਥੇ ਗਿਆ, ਫਿਰ ਉਹਨੇ ਜੰਪ ਕੀਤਾ, ਇਹ ਚੈੱਕ ਕੀਤਾ x ਦੀ ਵੈਲਿਊ 3, x = 3 ਅਸਾਈਨ ਕੀਤਾ, ਫਿਰ ਇਨਕਰੀਮੈਂਟ ਕੀਤਾ, ਫਿਰ ਕੰਡੀਸ਼ਨ ਚੈੱਕ ਹੋਈ, ਤਾਂ ਕੰਡੀਸ਼ਨ ਦੇ ਵਿੱਚ ਫਿਰ ਉਹਨੇ 3 ਵੈਲਿਊ ਅਸਾਈਨ ਕੀਤੀ, ਫਿਰ ਕੰਡੀਸ਼ਨ ਚੈੱਕ ਇਨਕਰੀਮੈਂਟ ਹੋਇਆ, ਜਾਨੀ ਕਿ ਪਹਿਲਾਂ x ਦੀ ਵੈਲਿਊ 3 ਸੀ, ਫਿਰ ਇਨਕਰੀਮੈਂਟ ਹੋ ਕੇ x ਦੀ ਵੈਲਿਊ 4 ਹੋ ਗਈ, ਦੁਬਾਰੇ ਫਿਰ ਉਹ ਕੰਡੀਸ਼ਨ ਚੈੱਕ ਕਰਨ ਆਇਆ ਵੀ ਕਿੱਥੋਂ ਤੱਕ ਚੱਲਣੀ ਹੈ ਇਹ, ਫਿਰ ਉਹਨੇ x ਦੀ ਵੈਲਿਊ 3 ਕਰਤੀ, ਫਿਰ 3 4 3 4 3 4, ਇਸ ਤਰ੍ਹਾਂ ਹੀ ਚੱਲਦੀ ਜਾਊਗੀ। ਤਾਂ ਇਹ ਲੂਪ ਹੈ ਜਿਹੜੀ ਇਨਫਾਈਨਾਈਟ ਟਾਈਮ ਚੱਲੂਗੀ, ਫੋਰਐਵਰ ਚੱਲੂਗੀ।
ठीक है, ਤਾਂ ਇਹ ਬੰਦ ਹੀ ਨਹੀਂ ਹੋਣੀ ਕਿਤੇ, ਇਨਫਿਨਿਟ ਟਾਈਮ ਚੱਲੂਗੀ। ਤਾਂ 3 ਟਾਈਮ ਵੀ ਨਹੀਂ ਹੈਗਾ, 4 ਟਾਈਮ ਵੀ ਨਹੀਂ ਹੈਗਾ, ਫੋਰਐਵਰ ਚੱਲੂਗੀ। ਠੀਕ ਹੈ, ਤਾਂ ਆਨਸਰ ਇਹਦਾ ਫਿਰ ਹੈਗਾ ਸੀ। ਮੈਂ ਤੁਹਾਨੂੰ ਦੱਸਦਾ ਵੀ ਪਹਿਲਾ ਆਨਸਰ ਕਿਵੇਂ ਹੋ ਸਕਦਾ ਸੀ। ਜੇ ਆਪਾਂ ਇੱਥੇ ਲਿਖਦੇ x ਲੈਸ ਦੈਨ 3 ਲਿਖ ਦਿੰਦੇ, ਤਾਂ ਫਿਰ ਇਹਨੇ ਕਿਦੋਂ ਚੱਲਣਾ ਸੀ, ਪਹਿਲਾਂ x ਦੀ ਵੈਲਿਊ 0 ਤੋਂ ਬਾਅਦ ਚੈੱਕ ਕਰਨੀ ਸੀ ਇਹਨੇ ਕੰਡੀਸ਼ਨ ਵੀ x ਲੈਸ ਦੈਨ 3 ਹੈਗਾ, ਹਾਂ 0 ਲੈਸ ਦੈਨ 3 ਹੈਗਾ, ਤਾਂ ਕੰਡੀਸ਼ਨ ਇੱਕ ਵਾਰੀ ਚੱਲ ਜਾਣੀ ਸੀ ਤੇ ਫਿਰ ਇਨਕਰੀਮੈਂਟ ਹੋਣਾ ਸੀ 1 ਤੇ, ਇਨਕਰੀਮੈਂਟ x ਦੀ ਵੈਲਿਊ ਅਗਲੀ ਵਾਰੀ 1 ਹੋ ਜਾਣੀ ਸੀ, ਫਿਰ ਚੈੱਕ ਕਰਨਾ ਸੀਗਾ ਵੀ 1 ਲੈਸ ਦੈਨ 3 ਹੈਗਾ ਤੇ ਇਹ ਚੱਲ ਜਾਣਾ ਸੀ, ਫਿਰ ਇਨਕਰੀਮੈਂਟ ਹੋਣਾ ਸੀ x ਦੀ ਵੈਲਿਊ 2 ਹੋ ਜਾਣੀ ਸੀ, 2 ਤੋਂ ਬਾਅਦ ਜਦੋਂ ਅਗਲੀ ਵਾਰੀ ਇਨਕਰੀਮੈਂਟ ਹੋ ਗਿਆ x ਦੀ ਵੈਲਿਊ 2, ਫਿਰ ਚੈੱਕ ਹੋਣਾ ਸੀ 2 ਲੈਸ ਦੈਨ 3 ਹੈਗਾ, ਬਿਲਕੁਲ ਚੱਲ ਜਾਣਾ ਸੀ, ਫਿਰ x ਦੀ ਵੈਲਿਊ 3 ਹੋਣੀ ਸੀ, ਤਾਂ 3 ਲੈਸ ਦੈਨ 3 ਨਹੀਂ ਹੈਗਾ, ਤਾਂ ਫਿਰ ਇਹ ਨਹੀਂ ਚੱਲਣਾ ਸੀ। ਤਾਂ ਇਹ ਕਿੰਨੇ ਵਾਰੀ ਚੱਲਣੀ ਸੀ, 3 ਟਾਈਮ ਚੱਲਣੀ ਸੀ। ਜੇ x ਲੈਸ ਦੈਨ ਲੈਸ ਦੈਨ 3 ਹੋ ਜਾਂਦਾ ਤਾਂ ਫਿਰ ਇਹ 3 ਵਾਰੀ ਚੱਲਣੀ ਸੀ। ਜੇ ਇੱਥੇ ਹੁੰਦਾ ਲੈਸ ਦੈਨ ਇਕੁਅਲ ਟੂ ਹੋ ਜਾਂਦਾ, ਲੈਸ ਦੈਨ ਇਕੁਅਲ ਟੂ ਵੀ ਨਾਲ ਆ ਜਾਂਦਾ, ਫਿਰ ਇਹ 4 ਵਾਰੀ ਚੱਲਣੀ ਸੀ। ਕਿਉਂ? ਕਿਉਂਕਿ 3 ਜਦੋਂ ਇਨਕਰੀਮੈਂਟ ਹੋਣਾ ਸੀ ਇੱਥੇ ਹੋਣਾ ਸੀ 3 ਲੈਸ ਦੈਨ ਇਕੁਅਲ ਟੂ 3, 3 ਲੈਸ ਦੈਨ ਇਕੁਅਲ ਟੂ 3, ਤਾਂ ਇਹ ਕੰਡੀਸ਼ਨ ਟਰੂ ਹੋ ਜਾਣੀ ਸੀ, ਫਿਰ ਇਹ ਚੱਲ ਜਾਣੀ ਸੀ, ਤਾਂ ਫਿਰ ਆਨਸਰ ਹੋ ਜਾਣਾ ਸੀ 4 ਟਾਈਮ। ਤਾਂ ਹੁਣ ਇਹ ਕੰਡੀਸ਼ਨ ਹੈ ਜਿਹੜੀ ਫੋਰਐਵਰ ਹੀ ਚੱਲੂਗੀ। ਮੈਨੂੰ ਲੱਗਦਾ ਵੀ ਇਹ ਸਵਾਲ ਨਹੀਂ ਪੁੱਛਿਆ ਜਾਊਗਾ, ਜੇ ਤੁਹਾਨੂੰ ਨਹੀਂ ਸਮਝ ਆਇਆ ਤਾਂ ਤੁਸੀਂ ਛੱਡ ਸਕਦੇ ਹੋ, ਕੋਈ ਗੱਲ ਨਹੀਂ। ਸੋ ਇਹ ਸੀਗੇ ਜਿਹੜੇ ਪ੍ਰੀ ਦੇ ਆਪਾਂ ਕੁਐਸਚਨ ਡਿਸਕਸ ਕੀਤੇ ਸੀ, ਤੇ ਆਈ ਹੋਪ ਕਿ ਤੁਹਾਡੀ ਤਿਆਰੀ ਵਧੀਆ ਚੱਲ ਰਹੀ ਹੋਊਗੀ। ਤੁਸੀਂ ਕੁਝ ਵੀ ਹੋਰ ਪੁੱਛਣਾ ਕੰਪਿਊਟਰ ਦੇ ਰਿਲੇਟਡ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ। ਬਾਕੀ ਜਿਹੜੀਆਂ ਪਲੇਲਿਸਟ ਦੇ ਵਿੱਚ ਮੈਰਾਥਨ ਦਿੱਤੀਆਂ ਹੋਈਆਂ ਨੇ ਉਹ ਤੁਸੀਂ ਜਾ ਕੇ ਜ਼ਰੂਰ ਦੇਖੋ। ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਥੈਂਕ ਯੂ।